ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੈ ਸਰਬ ਟੰਡੋਲ। ਪੁਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ। ਬਾਰ ਬਾਰ ਹਰਿ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰਿ ਕਾ ਪਾਵੋ। ਬਾਰ ਬਾਰ ਹਰਿ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰਿ ਕਾ ਪਾਵੋ। ਰਹਾਉ ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਭ। ਅਹਨਿਸ ਅਖੰਡ ਸੁਰਹੀ ਜਾਏ, ਤੋ ਅਨਹਦ ਬੇਣ ਸਹਜ ਮਹਿ ਬਾਏ। ਅਹਨਿਸ ਅਖੰਡ ਸੁਰਹੀ ਜਾਏ, ਤੋ ਅਨਹਦ ਬੇਣ ਸਹਜ ਮਹਿ ਬਾਏ। ਸਤਿਗੁਰੂ ਜੁਗੋ ਜੁਗ ਅਟਲ, ਤਖਤ ਚਬਰ ਛਤਰ ਜੀ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਸਾਰੇ ਗੱਜ ਕੇ ਆਖੋ, ਕੋਈ ਰਹਿ ਨਾ ਜਾਵੇ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਉਪਰੰਤ
ਜਾਪ, ਫਿਰ ਆਸਾ ਜੀ ਦੀ ਵਾਰ, ਤੇ ਹੁਣ ਆਸਾ ਜੀ ਦੀ ਵਾਰ ਤੋਂ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਇਹ ਆਪਾਂ ਜੋ 344 ਅੰਗ ਤੇ ਕਥਾ ਹੈ, ਅੱਜ ਇਸ ਸ਼ਬਦ ਦੀ ਆਪਾਂ ਨੇ ਵਿਚਾਰ ਕਰਨੀ ਹੈ। ਵੱਡੇ ਕਰਮਾਂ ਵਾਲੇ ਹਨ ਜੋ ਗੁਰੂ ਦਰਬਾਰ ਦੇ ਵਿੱਚ ਅੱਜ ਪਹੁੰਚ ਰਹੇ ਹੈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਬਿਨਾ ਚੰਗੇ ਕਰਮਾਂ ਤੋਂ ਸਤ ਸੰਗ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਬਿਨਾ ਸਤ ਸੰਗਤ ਤੋਂ ਹਿਰਦੇ ਦੀ ਮੈਲ ਜਿਹੜੀ ਹੈ, ਮਤ ਸਾਡੀ ਪਾਪਾਂ ਨਾਲ ਮਲੀਨ ਹੋਈ ਪਈ ਹੈ, ਭਰੀ ਪਈ ਹੈ। ਬਿਨਾ ਸਤ ਸੰਗ ਤੋਂ ਹਿਰਦੇ ਦੀ ਮੈਲ, ਮਨ ਦੀ ਮੈਲ ਨਹੀਂ ਉਤਰਿਆ ਕਰਦੀ। ਸਤ ਸੰਗਤ ਜੀ, ਜਿਵੇਂ ਧੋਬੀ ਹੁੰਦਾ ਹੈ, ਧੋਬੀ ਘਾਟ ਤੇ ਜਾ ਕੇ ਵਸਤਰ ਧੋਂਦਾ ਹੈ, ਵਸਤਰਾਂ ਉੱਪਰ ਪਾਣੀ ਪਾਉਂਦਾ ਹੈ, ਫਿਰ ਸਾਬਣ ਲਾਉਂਦਾ ਹੈ, ਫਿਰ ਐ ਕੁੱਟ-ਕੁੱਟ ਕੇ ਸਾਧ ਸੰਗਤ ਜੀ ਮੈਲ ਕੱਢਦਾ ਹੈ। ਇਸੇ ਤਰ੍ਹਾਂ ਸਤ ਸੰਗਤ ਰੂਪੀ ਘਾਟ ਹੈ। ਸਤ ਸੰਗਤ ਰੂਪੀ ਘਾਟ ਤੇ ਜਾ ਕੇ ਜੀਵ ਰੂਪੀ ਧੋਬੀ ਜਿਹੜਾ ਹੈ, ਨਿਸ਼ਚੇ ਦੀ ਫੱਟੀ ਲੈ ਕਰਕੇ ਉਸ ਦੇ ਉੱਪਰ ਬੈਠ ਕੇ ਮਨ ਰੂਪੀ ਕੱਪੜੇ ਤੇ ਪ੍ਰੇਮ ਰੂਪੀ ਪਾਣੀ ਪਾ ਕੇ ਤੇ ਨਾਮ ਰੂਪੀ ਸਾਬਣ ਲਾ ਕੇ ਜੁਗਤੀਆਂ ਰੂਪੀ ਮੁੱਕੀਆਂ ਮਾਰ ਕੇ ਇਉਂ ਮਨ ਦੀ ਮੈਲ ਸਾਧ ਸੰਗਤ ਜੀ ਦੂਰ ਹੁੰਦੀ ਹੈ। ਆਓ ਕੱਲ ਆਪਾਂ ਥਿੱਥਾਂ ਦੀ ਵਿਚਾਰ ਕੀਤੀ ਸੀ। ਏਕਮ ਦਾ ਕੀ ਅਰਥ ਹੈ, ਦੂਜ ਦਾ ਕੀ ਭਾਵ ਹੈ, ਤੀਜ ਦਾ ਕੀ ਭਾਵ ਹੈ, ਨੌਵੀਂ, ਦਸਵੀਂ, ਇਕਾਦਸ਼ੀ, ਤਰੋਦਸੀ, ਚੌਦਸ, ਫਿਰ ਪੂਰਨਮਾਸ਼ੀ। ਕੱਲ ਇਹ ਵਿਚਾਰ ਹੋਈ। ਇਹ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਪ੍ਰਕਿਰਤੀ ਦੀ ਰਚਨਾ ਕੀਤੀ, ਹਰ ਚੀਜ਼ ਨੂੰ ਗਤੀਸ਼ੀਲ ਰੱਖਣ ਵਾਸਤੇ ਥਿੱਥਾਂ ਦੀ, ਵਾਰਾਂ ਦੀ ਤੇ ਰੁੱਤਾਂ ਦੀ ਰਚਨਾ ਕੀਤੀ। ਇਹ ਕੋਈ ਬ੍ਰਾਹਮਣਵਾਦ ਨਹੀਂ, ਇਹ ਕਰਤੇ ਪੁਰਖ ਦੀ ਰਚਨਾ ਹੈ। ਕਈ ਇਹਨਾਂ ਨੂੰ ਥਿੱਥਾਂ ਵਾਰਾਂ ਨੂੰ ਬ੍ਰਾਹਮਣਵਾਦ ਨਾਲ ਜੋੜੀ ਜਾਂਦੇ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਬੀਰ ਸਾਹਿਬ ਨੇ ਥਿੱਥਾਂ ਤੇ ਵਾਰਾਂ ਦੇ ਜਰੀਏ ਨਿਰੋਲ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ ਹੈ। ਅੱਜ ਆਪਾਂ ਵਾਰਾਂ ਦੀ ਵਿਚਾਰ ਕਰਾਂਗੇ। ਵਾਰ ਤੋਂ ਭਾਵ 7 ਵਾਰ ਹੁੰਦੇ ਨੇ। ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ। ਐਤਵਾਰ ਦਾ ਕੀ ਅਰਥ ਹੈ, ਸੋਮਵਾਰ ਦਾ ਕੀ ਅਰਥ ਹੈ, ਮੰਗਲਵਾਰ ਦਾ ਕੀ ਭਾਵ ਹੈ, ਬੁੱਧਵਾਰ ਦਾ ਕੀ ਅਰਥ ਹੈ, ਇਹ ਅੱਜ ਆਪਾਂ ਦਿਨਾਂ ਦੀ ਵਿਚਾਰ ਕਰਾਂਗੇ ਗੁਰਬਾਣੀ ਦੇ ਮੁਤਾਬਕ। ਸਾਰੇ ਦਿਨ ਚੰਗੇ ਹੈ। ਕਈ ਕਹਿ ਦਿੰਦੇ ਆ ਜੀ ਸੋਮਵਾਰ ਮਾੜਾ ਹੈ। ਜੇ ਕੋਈ ਚੜ੍ਹਾਈ ਵੀ ਕਰ ਜਾਵੇ ਸੈਚਰਡੇ ਵਾਲੇ ਦਿਨ, ਸ਼ਨਿਚਰਵਾਰ ਨੂੰ ਕਈ ਭੋਗ ਨਹੀਂ ਪਾਉਂਦੇ, ਕਹਿੰਦੇ ਸ਼ਨਿਚਰਵਾਰ ਚੰਗਾ ਨਹੀਂ। ਇਹ ਬ੍ਰਾਹਮਣਵਾਦ ਹੈ। ਸਾਰੇ ਦਿਨ ਉਸ ਅਕਾਲ ਪੁਰਖ ਨੇ ਸਾਜੇ ਹੈ ਤੇ ਸਾਰੇ ਦਿਨ ਸਾਰੀ ਪ੍ਰਕਿਰਤੀ ਜਿਹੜੀ ਹੈ ਉਹਦੇ ਹੁਕਮ ਦੇ ਵਿੱਚ ਹੈ। ਆਓ ਸਤਿਗੁਰੂ ਮਹਾਰਾਜ ਸਾਨੂੰ ਇਹਨਾਂ ਦਿਨਾਂ ਦੁਆਰਾ, 7 ਦਿਨਾਂ ਦੁਆਰਾ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਰਵਣ ਕਰੋ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਦਾ ਕੀ ਅਰਥ ਹੈ? ਇੱਕ ਦਾ ਅਰਥ ਹੈ ਇੱਕ ਆਦਿਵੈਤ ਬ੍ਰਹਮ, ਜਿਹਦੇ ਅੰਦਰ ਕਿਸੇ ਪ੍ਰਕਾਰ ਦੀ ਦਵੈਤ ਨਹੀਂ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਇੱਕ ਆਦਿਵੈਤ ਬ੍ਰਹਮ ਸਾਰਿਆਂ ਦਾ ਪ੍ਰਕਾਸ਼ਕ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ। ਗੌੜੀ ਰਾਗ ਦੇ ਵਿੱਚ ਵਾਰ ਕਬੀਰ ਜੀਓ ਕੇ, ਵਾਰ ਦਾ ਅਰਥ ਹੈ ਦਿਨ,
ਕਬੀਰ ਜੀਓ ਕੇ ਸੱਤ, ਇਹਨੂੰ ਸੱਤਵਾਂ ਪਾਠ ਨਹੀਂ ਕਰਨਾ, ਸੱਤ ਬੋਲਣਾ ਹੈ, ਕਿਉਂਕਿ ਅੱਖਰ ਇਹ ਅੰਕ ਦੇ ਵਿੱਚ ਬੋਲਣਾ ਹੈ, ਬਰਾਬਰ ਲਿਖਿਆ ਹੋਇਆ ਹੈ, ਇਸ ਕਰਕੇ ਬੋਲਣਾ ਪੈਣਾ। ਕਈ ਇਹਨੂੰ ਸੱਤਵਾਂ ਕਹਿੰਦੇ ਨੇ, ਸੱਤਵਾਂ ਨਹੀਂ, ਸੱਤ। ਸੱਤ ਤੋਂ ਭਾਵ 7 ਦਿਨਾਂ ਦੀ ਵਿਚਾਰ। ਜੇ ਸੱਤਵਾਂ ਕਹਿਤਾ ਹੈ ਤਾਂ ਅਰਥ ਬਦਲ ਜੂਗਾ, ਇਹਨੂੰ ਸੱਤ ਕਰਕੇ ਬੋਲਣਾ ਹੈ। ਰਾਗ ਗੌੜੀ ਵਾਰ ਕਬੀਰ ਜੀਓ ਕੇ ਸੱਤ, ਸੱਤ ਤੋਂ ਭਾਵ 7 ਦਿਨਾਂ ਦੀ ਵਿਚਾਰ। ਬਾਰ ਬਾਰ ਹਰ ਕੇ ਗੁਣ ਗਾਵੋ। ਕਬੀਰ ਸਾਹਿਬ ਕਹਿੰਦੇ, ਹੇ ਭਾਈ, ਹਰੀ ਪਰਮੇਸ਼ਰ ਦੇ ਗੁਣਾਂ ਨੂੰ ਵਾਰ-ਵਾਰ ਗਾਉਣਾ ਕਰੋ। ਬਾਰ-ਬਾਰ ਬੱਬੇ ਨਾਲ ਹੈ ਨਾ, ਜੇ ਵਾਵੇ ਨਾਲ ਵਾਰ ਆ ਗਿਆ ਇਟ ਮੀਨਸ ਦਿਨ। ਇੱਥੇ ਬਾਰ-ਬਾਰ ਦਾ ਅਰਥ ਹੈ ਦੁਬਾਰਾ ਦੁਬਾਰਾ, ਦੁਬਾਰਾ ਦੁਬਾਰਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ ਜੀ। ਗੁਰ ਗਮ ਭੇਦ ਸੋ ਹਰ ਕਾ ਪਾਵੋ। ਗੁਰ, ਗੂ ਨਾਮ ਹਨੇਰੇ ਦਾ ਹੁੰਦਾ, ਰੂਹ ਨਾਮ ਪ੍ਰਕਾਸ਼ ਦਾ ਹੈ। ਗੁਰ ਜਿਹੜਾ ਪ੍ਰਕਾਸ਼ ਸਰੂਪ ਹੈ। ਗੁਰ ਗਮ, ਗਮ ਦਾ ਅਰਥ ਹੁੰਦਾ ਜੀ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਗੁਰੂ ਹੈ ਨਾ, ਉਹ ਤੋਂ ਗਿਆਨ ਦੀ ਪ੍ਰਾਪਤੀ ਲੈ ਕਰਕੇ, ਗਿਆਨ ਪ੍ਰਾਪਤ ਕਰਕੇ, ਭੇਦ ਸੋ ਹਰ ਕਾ ਪਾਵੋ, ਹਰੀ ਪਰਮੇਸ਼ਰ ਦੇ ਭੇਦ ਨੂੰ, ਵਾਹਿਗੁਰੂ ਦੇ ਭੇਦ ਨੂੰ, ਉਹਦੇ ਵਿੱਚ ਲੀਨਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ। ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਉਹਦੇ ਸਿਮਰਨ ਨੂੰ, ਉਹਦੇ ਬੰਦਗੀ ਦੇ ਭੇਦ ਨੂੰ ਜਾਣਨਾ ਕਰੋ। ਰਹਾਉ। ਰਹਾਉ ਦੇ ਕਈ ਅਰਥ ਨੇ ਸਾਧ ਸੰਗਤ ਜੀ। ਇੱਕ ਤਾਂ ਰਹਾਉ ਦਾ ਅਰਥ ਹੈ ਸੰਸਾਰ ਚਲੋ ਚਲੀ ਦਾ ਮੇਲਾ, ਪਰਮੇਸ਼ਰ ਰਹਿਣ ਵਾਲਾ ਹੈ। ਇੱਕ ਰਹਾਉ ਦਾ ਅਰਥ ਹੈ ਨਾਭੀ। ਜਿਵੇਂ ਸਾਡੀ ਧੁੰਨੀ ਹੁੰਦੀ ਹੈ, ਧੁੰਨੀ ਦੇ ਵਿੱਚ, ਧੁੰਨੀ ਨੂੰ ਨਾਭੀ ਵੀ ਕਹਿੰਦੇ ਆ, ਜਿਹੜੀ ਆਪਣੇ ਪੇਟ ਤੇ ਆ ਨਾ, ਇਹਦੇ ਵਿੱਚ ਸਰੀਰ ਦੀਆਂ ਨਾੜਾਂ ਦਾ ਕੰਟਰੋਲ ਹੁੰਦਾ ਧੁੰਨੀ 'ਚ। ਇਸੇ ਤਰ੍ਹਾਂ ਜਿਹੜਾ ਰਹਾਉ ਦੀਆਂ ਪੰਕਤੀਆਂ ਨੇ, ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਰਹਾਉ ਦਾ ਦੂਜਾ ਅਰਥ ਨਾਭੀ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀਆਂ ਪੰਕਤੀਆਂ 'ਚ ਹੁੰਦਾ ਹੈ। ਤੀਸਰਾ ਰਹਾਉ ਦਾ ਅਰਥ ਹੈ ਰਾ ਨਾਮ ਰਮਿਆ, ਹਾਹੇ ਨੂੰ ਕੰਨਾ, ਹਾ ਨਾਮ ਪ੍ਰਗਟ, ਊੜੇ ਨੂੰ ਔਂਕੜ, ਓੰਕਾਰ। ਓੰਕਾਰ ਪਰਮੇਸ਼ਰ ਜਿਹੜਾ ਹਰ ਜਗ੍ਹਾ ਰਮਿਆ, ਸਰਵ ਵਿਆਪਕ ਹੈ, ਉਹਦੇ ਵਿੱਚ ਆਪਣੇ ਚਿੱਤ ਨੂੰ ਜੋੜਨਾ ਕਰੋ। ਤੇ ਚੌਥੇ ਨੰਬਰ ਤੇ ਵਿਸ਼ਰਾਮ ਰਹਾਉ ਦਾ ਅਰਥ ਹੈ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਹੋਰ ਵੀ ਬੇਅੰਤ ਅਰਥ ਹਨ। ਗੁਰਬਾਣੀ ਦੇ ਸਾਰੇ ਅਰਥ ਸਤਿਗੁਰੂ ਸਾਹਿਬ ਆਪ ਜਾਣਦੇ ਐ। ਕੱਲੇ ਇੱਕ ਓੰਕਾਰ ਦੀ ਕਥਾ ਵੱਡੇ ਮਹਾਂਪੁਰਖ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕੱਲੇ ਇੱਕ ਓੰਕਾਰ ਦੀ ਕਥਾ ਹੀ 40 ਦਿਨਾਂ 'ਚ ਸੰਪੂਰਨ ਕੀਤੀ ਸੀ। ਫੇਰ ਵੀ ਇਹ ਕਹਿ ਦਿੱਤਾ ਸੀ ਕਿ ਭਾਈ ਮੈਂ ਅਲਪੱਗ ਜੀਵਾਂ, ਅਰਥ ਅਜੇ ਹੋਰ ਵੀ ਬਹੁਤ ਨੇ, ਗੁਰੂ ਕੀ ਬਾਣੀ ਅਗੰਮ ਅਗਾਧ ਹੈ। ਇਸ ਕਰਕੇ ਭਾਈ ਰਹਾਉ ਦੇ ਅਰਥ ਬੜੇ ਹਨ, ਆਪਾਂ ਕੇਵਲ 4 ਅਰਥ ਕੀਤੇ ਹਨ। ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਹਨ। ਆਦਿਤ ਕਰੈ ਭਗਤ ਆਰੰਭ। ਆਦਿਤ, ਅਦਕ ਲਾ ਕੇ ਪਾਠ ਕਰਨਾ, ਦੱਦੇ ਦੇ ਉੱਪਰ ਅਦਕ। ਆਦਿਤ ਕਰੈ ਭਗਤ ਆਰੰਭ। ਆਦਿਤ ਸਾਧ ਸੰਗਤ ਜੀ, ਆਦਿਤ ਦਾ ਅਰਥ ਹੈ ਐਤਵਾਰ। ਅੱਜ ਐਤਵਾਰ ਹੈ ਨਾ, ਐਤਵਾਰ ਦਾ ਕੀ ਭਾਵ ਹੈ? ਐਤਵਾਰ ਪਹਿਲਾ ਦਿਨ ਹੈ ਹਫਤੇ ਦਾ। ਸੰਡੇ, ਮੰਡੇ, ਟਿਊਜ਼ਡੇ, ਵੈਡਨਸਡੇ, ਫਰਾਈਡੇ, ਸੈਚਰਡੇ। ਆਦਿਤੀ ਦਾ ਪੁੱਤਰ ਹੈ ਸੂਰਜ। ਦਿੱਤੀ ਤੇ ਅਦਿਤੀ 2 ਮਾਵਾਂ ਸੀ, ਜੀ ਤੋਂ ਰਾਖਸ਼ ਤੇ ਦੇਵਤੇ ਪੈਦਾ ਹੋਏ। ਇਹ ਰਿਸ਼ੀ ਨੂੰ ਵਿਆਹੀਆਂ ਹੋਈਆਂ ਸੀ। ਰਾਖਸ਼ ਤੇ ਦੇਵਤੇ ਇੱਕੋ ਪਿਤਾ ਦੀ ਔਲਾਦ ਨੇ, ਮਾਵਾਂ ਵੱਖਰੀਆਂ ਵੱਖਰੀਆਂ ਨੇ। ਆਦਿਤੀ ਦਾ ਪੁੱਤਰ ਸੂਰਜ। ਜਿਹੜਾ ਸੰਡੇ ਆ ਨਾ, ਸੰਡੇ ਦਾ ਅਰਥ ਹੈ ਸਨ ਡੇ।
ਸੰਡੇ ਤੋਂ ਭਾਵ ਸੂਰਜ ਦਾ ਦਿਨ। ਇਹ ਸੰਡੇ ਸੂਰਜ ਦਾ ਦਿਨ ਮੰਨਿਆ ਜਾਂਦਾ ਹੈ। ਆਦਤ ਕਰੇ ਭਗਤ ਆਰੰਭ, ਅੱਜ ਆਰੰਭਤਾ ਹੋ ਗਈ ਹੈ ਹਫ਼ਤੇ ਦੀ। ਸੋ ਐਤਵਾਰ ਦਾ ਅਰਥ ਹੈ ਭਾਈ ਆਪਣੇ ਜੀਵਨ ਦੇ ਵਿੱਚ ਭਗਤੀ ਆਰੰਭ ਕਰਦੇ, ਸਮਾਂ ਐਵੇਂ ਬਰਬਾਦ ਨਾ ਕਰ। ਕਾਇਆ ਮੰਦਰ ਮਨਸਾ ਥੰਬ, ਇਹ ਸਰੀਰ ਰੂਪੀ ਕਾਇਆ ਜਿਹੜੀ ਨਾ, ਕਾਇਆ ਮੰਦਰ ਸਰੀਰ ਰੂਪੀ ਕਾਇਆ ਰੂਪੀ ਮੰਦਰ ਹੈ। ਮਨਸਾ ਥੰਬ ਸਿਮਰਨ ਕਰ। ਐਤਵਾਰ ਦੁਆਰਾ ਉਪਦੇਸ਼ ਦਿੰਦੇ ਨੇ ਭਗਤੀ ਕਰਨੀ ਆਰੰਭ ਕਰਦੇ ਤਾਂ ਸਰੀਰ ਰੂਪੀ ਮੰਦਰ ਦੇ ਵਿੱਚ ਜਿਹੜੀਆਂ ਮਾੜੀਆਂ ਵਾਸ਼ਨਾਵਾਂ ਨੇ ਉਹਨਾਂ ਨੂੰ ਥੰਬ ਲੱਗ ਜਾਵੇਗਾ, ਉਹ ਰੁਕ ਜਾਣਗੀਆਂ। ਵਿਸ਼ੇ ਵਿਕਾਰਾਂ ਤੇ ਕੰਟਰੋਲ ਹੋ ਜੂ ਭਗਤੀ ਕਰਨ ਦੇ ਨਾਲ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਗੁਰੂ ਸਿੱਖ ਦੇ ਬੰਧਨ ਕੱਟਦਾ ਹੈ, ਪਰੰਤੂ ਕਦੋਂ? ਜਦੋਂ ਸਿੱਖ ਵਿਕਾਰਾਂ ਤੋਂ ਹਟਦਾ ਹੈ। ਵਿਕਾਰ ਵੀ ਛੱਡੇ ਨਹੀਂ ਜਾਂਦੇ ਆਪ ਤੋਂ, ਇਹ ਤਾਂ ਗੁਰੂ ਕਿਰਪਾ ਕਰੇ ਤੇ ਛੁਡਾ ਦੇਵੇ। ਸੋ ਇਸ ਕਰਕੇ ਭਾਈ ਕਾਇਆ ਮੰਦਰ ਮਨਸਾ ਥੰਬ, ਮਨਸਾ ਤੋਂ ਭਾਵ ਮਾੜੀਆਂ ਮੰਦ ਵਾਸ਼ਨਾਵਾਂ, ਥੰਬ ਤੋਂ ਭਾਵ ਇਹਨਾਂ ਨੂੰ ਥੰਬ ਲੱਗ ਜਾਵੇਗਾ, ਰੁਕ ਜਾਣਗੀਆਂ, ਕੰਟਰੋਲ ਵਿੱਚ ਆ ਜਾਣਗੀਆਂ ਜਦੋਂ ਤੂੰ ਭਗਤੀ ਕਰਨੀ ਪ੍ਰਾਰੰਭ ਕਰੇਗਾ। ਇਹ ਐਤਵਾਰ ਦੁਆਰਾ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਵੀ ਐਤਵਾਰ ਦਾ ਕੀ ਅਰਥ ਹੈ। ਐਤਵਾਰ ਦਾ ਅਰਥ ਹੈ ਭਗਤੀ ਕਰਨੀ ਆਰੰਭ ਕਰਦੇ। ਅਹਨਿਸ ਅਖੰਡ ਸੁਰਹਿ ਜਾਏ, ਜਦੋਂ ਭਗਤੀ ਕਰਨੀ ਆਰੰਭ ਕਰ ਦਿੱਤੀ, ਐਹ ਤੋਂ ਭਾਵ ਦਿਨ ਹੁੰਦਾ ਹੈ, ਨਿਸ ਮਤਲਬ ਰਾਤ, ਫਿਰ ਦਿਨ ਰਾਤ ਬ੍ਰਹਮਾਕਾਰ ਬਿਰਤੀ ਬਣ ਜਾਵੇਗੀ। ਅਖੰਡ ਸੋ ਰਹੀ ਜਾਏ, ਸੁਰ ਹੀ ਜਾਏ ਵੀ ਪਾਠ ਹੈ, ਸੋ ਰਹੀ ਜਾਏ ਵੀ ਆਪਾਂ ਕਰ ਸਕਦੇ ਹਾਂ। ਦਿਨ ਰਾਤ ਅਖੰਡ ਤੋਂ ਭਾਵ ਬਿਰਤੀ ਖੰਡਨ ਨਾ ਹੋਵੇ। ਇੱਕ ਰਸ ਇੱਕ ਟੱਕ ਬਿਰਤੀ ਸ਼ਬਦ ਵਿੱਚ ਜਦੋਂ ਜੁੜ ਗਈ, ਫੇਰ ਸੰਸਾਰ ਦੀਆਂ ਮਾੜੀਆਂ ਵਾਸ਼ਨਾਵਾਂ ਤੋਂ ਮਨੁੱਖ ਸੋ ਰਹੀ ਜਾਏ ਰਹਿਤ ਹੋ ਜਾਂਦਾ ਹੈ ਜਦੋਂ ਬ੍ਰਹਮਾਕਾਰ ਬਿਰਤੀ ਹੋ ਜਾਵੇ। ਬ੍ਰਹਮਾਕਾਰ ਬਿਰਤੀ ਇੱਕ ਦਿਨ ਦੇ ਵਿੱਚ ਤਾਂ ਹੋਣ ਨਹੀਂ ਲੱਗੀ, ਬੜੇ ਅਭਿਆਸ ਦੀ ਲੋੜ ਹੈ। ਕਿਉਂਕਿ ਬਿਰਤੀ ਸਾਡੀ ਜਿਹੜੀ ਹੈ ਨਾ, ਮਾੜੀਆਂ ਚੀਜ਼ਾਂ ਨੂੰ ਜ਼ਿਆਦਾ ਪਕੜਦੀ ਹੈ। ਹੌਲੀ ਹੌਲੀ ਜਦੋਂ ਬਿਰਤੀ ਨਾਮ 'ਚ ਜੁੜ ਗਈ, ਅਖੰਡ ਜੁੜ ਗਈ, ਅਖੰਡ ਤੋਂ ਭਾਵ ਖੰਡਨੇ ਨਾ ਹੋਵੇ, ਦਿਨ ਰਾਤ ਚੱਲੀ ਜਾਵੇ ਨਾਮ। ਜਦੋਂ ਬ੍ਰਹਮਾਕਾਰ ਬਿਰਤੀ ਹੋਗੀ, ਫਿਰ ਸੰਸਾਰ ਦੀਆਂ ਮਾੜੀਆਂ ਵਾਸ਼ਨਾਵਾਂ ਤੋਂ ਰਹਿਤ ਹੋ ਜਾਵੇਂਗਾ। ਤੋ ਅਨਹਦ ਬੇਣ ਸਹਜ ਮਹਿ ਬਾਏ, ਤੇ ਜਦੋਂ ਬ੍ਰਹਮਾਕਾਰ ਅਖੰਡ ਬਿਰਤੀ ਹੋਗੀ ਤਾਂ ਫਿਰ ਅਨਹਦ ਜਿਹੜਾ ਪਤਾ ਹੀ ਨਹੀਂ ਵੀ ਅਨਹਦ ਤੋਂ ਭਾਵ ਇੱਕ ਰਸ ਇੱਕ ਟੱਕ, ਅੰਦਰ ਨਾਮ ਚੱਲ ਪੂ, ਅੰਦਰੋਂ ਬਾਣੀ ਆਉਣ ਲੱਗ ਜਾਵੇਗੀ, ਨਾਮ ਦੀ ਧੁਨ ਸੁਣਾਈ ਦੇਵੇਗੀ। ਅਨਹਦ, ਅਨ ਤੋਂ ਭਾਵ ਅਨਹਦ ਤੋਂ ਭਾਵ ਜਿਹੜਾ ਇੱਕ ਰਸ ਇੱਕ ਟੱਕ ਆਨੰਦ ਬਣਿਆ ਰਹੇ। ਜਦੋਂ ਇਹ ਆਨੰਦ ਬਣ ਗਿਆ, ਉਹ ਅਨਹਦ ਬੇਨ ਸਹਿਜ ਮੈਂ ਬਾਏ, ਸਹਿਜ ਮੈਂ ਬਾਏ ਤੋਂ ਭਾਵ ਬਾਣੀ। ਤੋਂ ਫੇਰ ਸਾਧ ਸੰਗਤ ਜੀ, ਬੇਨ ਤੋਂ ਭਾਵ ਬਾਣੀ, ਸਹਿਜ ਮੈਂ ਬਾਏ, ਸੋਤੇ ਸਿੱਧ ਫਿਰ ਅੰਦਰੋਂ ਨਾਮ ਦੀ ਧੁਨ ਸੁਣਾਈ ਦੇਵੇਗੀ। ਜਦੋਂ ਅਖੰਡ ਅਖੰਡ ਬਿਰਤੀ ਹੋਗੀ, ਬ੍ਰਹਮਾਕਾਰ ਬਿਰਤੀ ਹੋਗੀ, ਤੋਂ ਫਿਰ ਅਨਹਦ ਦਿਨ ਰਾਤ ਨਾਮ ਦੀ ਧੁਨ, ਨਾਮ ਦੀ ਬਾਣੀ ਜਿਹੜੀ ਹੈ ਉਹ ਸੁਣਾਈ ਦੇਵੇਗੀ। ਸੋਮਵਾਰ ਸਸ ਅੰਮ੍ਰਿਤ ਝਰੈ, ਸੋਮਵਾਰ ਦਿਨ ਆ ਜਾਂਦਾ ਐਤਵਾਰ ਤੋਂ ਬਾਅਦ। ਸੋਮਵਾਰ ਦਾ ਕੀ ਮੀਨਿੰਗ ਹੈ? ਇਹ ਦਿਨਾਂ ਦੇ ਮਤਲਬ ਦੱਸਿਆ ਮਹਾਰਾਜ ਨੇ। ਐਤਵਾਰ ਦਾ ਮਤਲਬ ਹੈ ਭਗਤੀ ਆਰੰਭ ਕਰਦੇ। ਸੋਮਵਾਰ ਦਾ ਇਹ ਸੋਮਵਾਰ ਚੰਦਰਮਾ ਦਾ ਦਿਨ ਮੰਨਿਆ ਜਾਂਦਾ ਹੈ। ਸੋਮਵਾਰ ਸਸ, ਸਸ ਨਾਮ ਚੰਦਰਮਾ ਦਾ ਹੈ। ਅੰਮ੍ਰਿਤ ਝਰੈ, ਜਿਵੇਂ ਚੰਦਰਮਾ ਦੇ ਵਿੱਚੋਂ ਅੰਮ੍ਰਿਤ ਝਰਦਾ ਹੈ ਨਾ, ਇੱਕ ਚੰਦਰਕਾਂਤਾ ਮਣੀ ਹੈ, ਉਹਦੇ ਚੋਂ ਫਿਰ ਇੱਕ ਰਸ ਨਿਕਲਦਾ ਹੈ। ਉਹ ਜਿਹੜਾ ਰਸ ਹੈ
ਜੇ ਉਹਨੂੰ ਮਣੀ ਵਾਲਾ ਸੱਪ ਉਸ ਰਸ ਨੂੰ ਚੱਖ ਲਵੇ ਤਾਂ ਉਹਦੀ ਜ਼ਹਿਰ ਮਿਟ ਜਾਂਦੀ ਹੈ। ਚੰਦਰਕਾਂਤਾ ਮਣੀ ਨੂੰ ਜੇ ਚੱਟ ਲਵੇ, ਚੰਦਰਮਾ ਦੀਆਂ ਕਿਰਨਾਂ ਉੱਪਰ ਪੈਂਦੀਆਂ ਹੋਣ, ਮਣੀ ਨੂੰ ਚੱਟ ਕੇ ਜ਼ਹਿਰ ਮੇਟ ਲੈਂਦਾ ਸੱਪ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਹਨ। ਜਿਵੇਂ ਚੰਦਰਮਾ ਦੀਆਂ ਕਿਰਨਾਂ ਦਾ ਪ੍ਰਕਾਸ਼ ਪੈਂਦਾ, ਜਿਹੜੀਆਂ ਸਬਜ਼ੀਆਂ ਤੇ ਫਲ ਪੱਕਦੇ ਆ, ਇਹ ਵੀ ਚੰਦਰਮਾ ਦੀਆਂ ਕਿਰਨਾਂ ਪੈਣ ਕਰਕੇ ਪੱਕਦੇ ਆ। ਇਸੇ ਤਰ੍ਹਾਂ ਜਦੋਂ ਸਤਿਗੁਰੂ ਰੂਪ ਚੰਦਰਮਾ, ਉਪਦੇਸ਼ ਰੂਪੀ ਸਤਿਗੁਰੂ ਰੂਪ ਚੰਦਰਮਾ ਦੀਆਂ ਕਿਰਨਾਂ ਸਾਡੇ ਹਿਰਦੇ ਤੇ ਪੈਂਦੀਆਂ ਨੇ ਤਾਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਅੰਦਰੋਂ ਵਿਸ਼ੇ ਵਿਕਾਰ ਮਿਟ ਜਾਂਦੇ ਹਨ। ਅੱਗੇ ਸਰਵਣ ਕਰੋ ਕੀ ਕਹਿੰਦੇ ਐ ਗੁਰੂ ਸਾਹਿਬ। ਚਾਖਤ ਬੇਗ ਸਗਲ ਬਿਖ ਹਰੈ। ਜਿਵੇਂ ਚੰਦਰਮਾ ਦੀ ਚੰਦਰਕਾਂਤਾ ਮਣੀ ਹੈ, ਉਹ ਚੋਂ ਰਸ ਨਿਕਲਦਾ ਹੈ, ਸੱਪ ਚੱਖ ਲੈਂਦਾ, ਜ਼ਹਿਰ ਮੇਟ ਲੈਂਦਾ। ਚਾਖਤ ਬੇਗ ਸਗਲ ਬਿਖ ਹਰੈ। ਚਾਖਤ ਤੋਂ ਭਾਵ ਚੱਖ ਲੈਂਦਾ, ਬੇਗ ਸਗਲ ਬਿਖ ਹਰੈ। ਵਿਖ ਤੋਂ ਭਾਵ ਉਹਦੇ ਜ਼ਹਿਰ ਦਾ ਨਾਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਰੂਪ ਚੰਦਰਮਾ ਹੈ। ਜਦੋਂ ਗਿਆਨ ਰੂਪੀ ਕਿਰਨਾਂ, ਜੀਵ ਰੂਪੀ ਜਿਹੜਾ ਜੀਵ ਹੈ, ਇਹਦੇ ਹਿਰਦੇ ਤੇ ਪੈਂਦੀਆਂ ਨੇ ਤਾਂ ਅਗਿਆਨਤਾ ਦਾ ਹਨੇਰਾ ਖਤਮ ਹੋ ਕੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਦੋਂ ਇਹ ਜੀਵ ਦੇ ਹਿਰਦੇ ਤੇ ਸਤਿਗੁਰੂ ਰੂਪ ਚੰਦਰਮਾ ਦੇ ਗਿਆਨ ਦੀਆਂ ਕਿਰਨਾਂ ਪੈਂਦੀਆਂ ਨੇ ਤਾਂ ਅੰਦਰੋਂ ਵਿਸ਼ੇ ਵਿਕਾਰਾਂ ਦੀ ਜ਼ਹਿਰ ਜਿਹੜੀ ਹੈ, ਚਾਖਤ ਬੇਗ ਸਗਲ ਬਿਖ ਹਰੈ। ਜਦੋਂ ਨਾਮ ਦਾ ਰਸ ਲੈਂਦਾ ਹੈ, ਨਾਮ ਦੇ ਰਸ ਨੂੰ ਚੱਖਦਾ ਹੈ ਮਨੁੱਖ, ਤਾਂ ਅੰਦਰੋਂ ਵਿਕਾਰਾਂ ਦੀ ਜ਼ਹਿਰ ਮਿਟ ਜਾਂਦੀ ਹੈ। ਬਾਣੀ ਰੋਕਿਆ ਰਹਿ ਦੁਆਰ। ਬਾਣੀ ਰੋਕਿਆ ਰਹਿ ਦੁਆਰ। ਜਿਨ੍ਹਾਂ ਨੇ ਸਿਮਰਨ ਕਰ ਲਿਆ, ਬਾਣੀ ਪੜ੍ਹ ਲਈ, ਬਾਣੀ ਰੋਕਿਆ ਰਹਿ ਦੁਆਰ, ਉਹਨਾਂ ਦਾ ਮਨ ਸਥਿਰ ਹੋ ਜਾਂਦਾ ਹੈ। ਉਹਨਾਂ ਦਾ ਮਨ, ਉਹਨਾਂ ਦੀ ਬਿਰਤੀ ਅੰਤਰਮੁਖ ਹੋ ਜਾਂਦੀ ਹੈ। ਅੰਤਰਮੁਖ ਨੂੰ ਛੱਡ ਕੇ ਬਾਹਰ ਮੁਖੀ ਨਹੀਂ ਹੁੰਦੀ, ਬਾਹਰਲੇ ਇੰਦਰੀਆਂ ਦੇ ਰਸਾਂ ਕਸਾਂ 'ਚ ਨਹੀਂ ਪੈਂਦੀ। ਜਿਨ੍ਹਾਂ ਨੇ ਬਾਣੀ ਦੁਆਰਾ ਆਪਣੇ ਮਨ ਨੂੰ ਕੰਟਰੋਲ ਕਰ ਲਿਆ, ਰੋਕ ਲਿਆ ਹੈ। ਜਿਉ ਮੰਦਰ ਕੋ ਥਾਮੇ ਥੰਮਣ ਤਿਉ ਗੁਰ ਕਾ ਸ਼ਬਦ ਮਨੇ ਅਸਥੰਮਣ। ਆ ਬਿਲਡਿੰਗ ਖੜੀ ਹੈ ਦਰਬਾਰ ਸਾਹਿਬ ਦੀ, ਥੰਮਲਿਆਂ ਦੇ ਆਸਰੇ ਤੇ। ਇਸੇ ਤਰ੍ਹਾਂ ਮਨ ਜਿਹੜਾ ਹੈ, ਇਹਨੂੰ ਸ਼ਬਦ ਦਾ ਥੰਬ ਲਾਉਣਾ ਪੈਂਦਾ ਤਾਂ ਕਿਤੇ ਜਾ ਕੇ ਸਟਿਲ ਹੁੰਦਾ, ਸਥਿਰ ਹੁੰਦਾ, ਨਹੀਂ ਤਾਂ ਮਨ ਡੋਲਦਾ ਹੀ ਰਹਿੰਦਾ ਹੈ। ਸ਼ਬਦ ਦੇ ਆਸਰੇ ਮਨ ਖੜ ਸਕਦਾ ਹੈ, ਸ਼ਬਦ ਨਾਮ ਅਭਿਆਸ ਦੇ ਆਸਰੇ। ਬਿਨਾਂ ਬਾਣੀ ਦਾ ਆਸਰਾ ਦਿੱਤਿਆਂ ਮਨ ਕੰਟਰੋਲ 'ਚ ਨਹੀਂ ਆਉਂਦਾ, ਕਾਬੂ 'ਚ ਨਹੀਂ ਆਉਂਦਾ। ਮਨ ਨੂੰ ਤਾਂ ਜਗ੍ਹਾ ਜਗ੍ਹਾ ਗੁਰਬਾਣੀ 'ਚ ਕਿਹਾ, ਕਿਤੇ ਖੋਤਾ ਕਹਿਤਾ, ਕਿਤੇ ਮਨ ਨੂੰ ਕਹਿਤਾ ਤੂੰ ਪੰਛੀ ਦੀ ਨਿਆਈ ਹੈ। ਕਬੀਰ ਮਨ ਪੰਖੀ ਭਿਓ, ਉਡ ਉਡ ਦੈਜ ਸਜਾਏ, ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ। ਜੈਸਾ ਅੰਨ ਛਕਾਂਗੇ ਵੈਸਾ ਮਨ ਹੋ ਜੂ, ਜੈਸੀ ਸੰਗਤ ਕਰਾਂਗੇ ਉਹ ਵੈਸਾ ਮਨ ਤੇ ਆਸਰ ਪੈਂਦਾ। ਸੋ ਬਾਣੀ ਰੋਕਿਆ ਰਹਿ ਦੁਆਰ। ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਸੁਰਤ ਨੂੰ ਜੋੜ ਲਈ, ਸੁਰਤ ਨੂੰ ਜੋੜਨਾ ਕੀਤਾ, ਉਹਨਾਂ ਦਾ ਮਨ ਸਾਧ ਸੰਗਤ ਜੀ ਸਥਿਰ ਹੋ ਜਾਂਦਾ ਹੈ। ਸਤਸੰਗ ਰੂਪੀ ਦੁਆਰੇ ਨੂੰ ਛੱਡ ਕੇ ਬਾਹਰ ਨਹੀਂ ਕਿਤੇ ਦੌੜਦਾ। ਤੋ ਮਨ ਮਤ ਵਾਰੋ ਪੀਵਨ ਹਾਰ। ਜਦੋਂ ਮਨ ਨੂੰ ਬਾਣੀ ਦੁਆਰਾ ਕੰਟਰੋਲ ਕਰ ਲਿਆ, ਰੋਕ ਲਿਆ, ਤੋ ਮਨ ਮਤ ਵਾਰੋ ਪੀਵਨ ਹਾਰ, ਤਾਂ ਮਨ ਜਿਹੜਾ ਨਾਮ ਦੇ ਵਿੱਚ ਮਸਤ ਹੋ ਜਾਂਦਾ ਹੈ ਤੇ ਨਾਮ ਦੇ ਰਸ ਨੂੰ ਪੀਣਾ ਕਰਦਾ ਹੈ। ਮੰਗਲਵਾਰੇ ਲੈ ਮਾਹੀਤ। ਮੰਗਲਵਾਰ ਦਾ ਕੀ ਅਰਥ ਹੈ? ਮੰਗਲਵਾਰ ਧਰਤੀ ਦੇ ਪੁੱਤਰ ਦਾ ਨਾਮ ਹੈ। ਮਾਹੀਤ
ਮੰਗਲਵਾਰ ਹੈ ਜਿਹੜਾ, ਇਹ ਧਰਤੀ ਦਾ ਪੁੱਤਰ ਹੈਗਾ। ਧਰਤੀ ਦੇ ਪੁੱਤਰ ਦਾ ਨਾਮ ਹੈ ਮੰਗਲਵਾਰ। ਮੰਗਲਵਾਰੇ ਲੈ ਮਾਹੀਤ। ਮੰਗਲਵਾਰ ਦਾ ਕੀ ਅਰਥ ਹੈ? ਮੰਗਲਵਾਰ ਦਾ ਅਰਥ ਹੈ ਭਾਈ ਆਪਣੇ ਮਨ ਦੇ ਦੁਆਲੇ, ਮਾਹੀਤ ਤੋਂ ਭਾਵ ਨਾਮ ਦਾ ਘੇਰਾ ਘੱਤ ਲੈ। ਜੇ ਨਾਮ ਦਾ ਘੇਰਾ ਨਹੀਂ ਘੱਤੇਗਾ ਮਨ ਅਨਕੰਟਰੋਲ ਹੋ ਜਾਊਗਾ, ਕੰਟਰੋਲ ਤੋਂ ਬਾਹਰ ਹੋ ਕੇ ਇੱਧਰ ਉੱਧਰ ਦੌੜਦਾ ਫਿਰੂਗਾ। ਮੰਗਲਵਾਰੇ ਲੈ ਮਹੀਤ, ਮੰਗਲਵਾਰ ਦੁਆਰਾ ਉਪਦੇਸ਼ ਕਰਦੇ ਨੇ ਮਨ ਦੇ ਦੁਆਰੇ ਬਾਣੀ ਦਾ ਘੇਰਾ ਘੱਤ ਲੈ। ਮੰਗਲਵਾਰੇ ਡੈਸ਼ ਲਾ ਕੇ ਥੋੜਾ ਜਿਹਾ ਪਾਠ ਕਰਨਾ ਹੈ। ਮੰਗਲਵਾਰੇ ਲੈ ਮਾਹੀਤ, ਬਾਣੀ ਦਾ ਘੇਰਾ ਘੱਤ ਲੈ ਭਾਈ ਆਪਣੇ ਮਨ ਦੇ ਦੁਆਲੇ, ਤਾਂ ਇਹ ਵਸ ਵਿੱਚ ਆਵੇਗਾ, ਨਹੀਂ ਐਵੇਂ ਰਸਾਂ ਕਸਾਂ ਚ ਦੌੜਦਾ ਫਿਰੇਗਾ। ਪੰਜ ਚੋਰ ਕੀ ਜਾਣੈ ਰੀਤ। ਮੰਗਲਵਾਰੇ ਦਾ ਦੂਸਰਾ ਅਰਥ ਹੈ ਮਹਾਤਮਾ ਦੀ ਸੰਗਤ ਕਰ, ਸੰਤ ਰੂਪ ਸਖੀਆਂ ਦੀ ਸੰਗਤ ਕਰ। ਸੰਤ ਰੂਪ ਸਖੀਆਂ ਦੇ ਨਾਲ ਮਿਲ ਕੇ ਨਾਮ ਦੀ ਕਾਰ ਜਿਹੜੀ ਹੈ ਮਨ ਦੇ ਦੁਆਲੇ ਕਰ ਲੈ, ਤੇ ਸੰਤ ਰੂਪ ਸਖੀਆਂ ਨੂੰ ਮਿਲਣ ਕਰਕੇ, ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਤੈਨੂੰ ਪਤਾ ਲੱਗੇਗਾ ਪੰਜ ਚੋਰ ਕੀ ਜਾਣੈ ਰੀਤ। ਜਿਹੜੇ ਪੰਜ ਚੋਰ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜਿਹੜਾ ਆਪਣੇ ਸਾਰਿਆਂ ਦੇ ਅੰਦਰ ਬੈਠਾ ਹੈ, ਇਹਨੂੰ ਕਿਵੇਂ ਵਸ ਵਿੱਚ ਕਰਨਾ ਹੈ, ਇਹ ਨਾਮ ਜਪਣ ਵਾਲਿਆਂ ਦੀ ਸੰਗਤ ਤੋਂ ਤੈਨੂੰ ਪਤਾ ਲੱਗੇਗਾ। ਘਰ ਛੋੜੇ ਬਾਹਰ ਜਿਨ ਜਾਏ। ਇਹ ਸਾਧ ਸੰਗਤ ਜੀ ਜਿਹੜੇ ਘਰ ਨੂੰ ਛੱਡ ਕੇ, ਕਈ ਅਰਥ ਕਰਾਂਗੇ ਆਪਾਂ ਇਹਦਾ। ਆਪਾਂ ਇਹ ਵੀ ਅਰਥ ਲਾ ਸਕਦੇ ਹਾਂ ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬਾਹਰ ਪਖੰਡੀਆਂ ਦੇ ਪਿੱਛੇ ਤੁਰੇ ਫਿਰਦੇ ਆ, ਉਹਨਾਂ ਦੀ ਕੀ ਹਾਲਤ ਹੁੰਦੀ ਆ, ਅੱਗੇ ਸੁਣੋ। ਨਾਤਰ ਖਰਾ ਰਿਸਹਿ ਰਾਏ। ਸਾਧ ਸੰਗਤ ਜੀ ਨਾਤਰ ਖਰਾ ਰਿਸਹਿ ਹੈ ਰਾਏ। ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੇ ਨਾਲ ਰਿਸਹਿ ਹੈ ਰਾਏ ਨਾਮ ਰਾਜਾ, ਜਿਹੜਾ ਸਾਰਿਆਂ ਨੂੰ ਹਰੇ ਘਰੇ ਭਰੇ ਕਰਨ ਵਾਲਾ ਪਰਮੇਸ਼ਰ ਰਾਏ ਰੂਪ ਰਾਜਾ ਸਰੂਪ ਹੈ, ਉਹ ਨਾਰਾਜ਼ ਹੋ ਜਾਂਦਾ ਹੈ ਜਿਹੜੇ ਗੁਰੂ ਨੂੰ ਛੱਡ ਕੇ ਬਾਹਰ ਭਟਕਦੇ ਫਿਰਦੇ। ਸੋ ਦੂਸਰਾ ਇਹਦਾ ਇਹ ਵੀ ਅਰਥ ਕਰਾਂਗੇ, ਘਰ ਛੋੜੈ ਬਾਹਰ ਜਨ ਜਾਏ। ਜਿਹੜੀ ਬਿਰਤੀ ਹੈ ਅੰਤਰਮੁਖ ਬਿਰਤੀ ਨੂੰ ਛੱਡ ਕੇ ਜਦੋਂ ਮਨੁੱਖ ਦੀ ਬਿਰਤੀ ਬਾਹਰਮੁਖੀ ਹੋ ਜਾਵੇ, ਬਾਹਰਲੇ ਪਦਾਰਥਾਂ 'ਚ ਭਟਕਦੀ ਹੈ, ਬਾਹਰਲੇ ਪਦਾਰਥਾਂ 'ਚ ਜਦੋਂ ਮਨ ਭਟਕਦਾ ਹੈ, ਇੰਦਰੀਆਂ ਦੇ ਵਸ ਪੈ ਜਾਂਦਾ ਹੈ ਰਸਾਂ ਕਸਾਂ 'ਚ, ਫਿਰ ਅਕਾਲ ਪੁਰਖ ਵਾਹਿਗੁਰੂ ਨਾਰਾਜ਼ ਹੋ ਜਾਂਦੇ ਨੇ ਇਹਦੇ ਨਾਲ, ਇਸ ਜੀਵ ਆਤਮਾ ਦੇ ਨਾਲ, ਇਸ ਜੀਵ ਰੂਪੀ ਇਸਤਰੀ ਦੇ ਨਾਲ ਰਾਏ ਪਤੀ ਪਰਮੇਸ਼ਵਰ ਜੀ ਨਾਰਾਜ਼ ਹੋ ਜਾਂਦੇ ਹਨ ਜਦੋਂ ਜੀਵ ਇਸਤਰੀ ਦਾ ਮਨ ਹੈ ਜਿਹੜਾ ਅੰਤਰਮੁਖ ਬਿਰਤੀ ਨੂੰ ਛੱਡ ਕੇ ਬਾਹਰਮੁਖੀ ਹੋ ਜਾਂਦਾ ਹੈ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨਾਰਾਜ਼ ਹੋ ਜਾਂਦੇ ਹਨ। ਇਸ ਕਰਕੇ ਕੋਸ਼ਿਸ਼ ਕਰੀਏ ਆਪਾਂ ਕਿ ਬਿਰਤੀ ਜਿਹੜੀ ਹੈ ਅੰਤਰਮੁਖ ਰੱਖੀਏ, ਸ਼ਬਦ ਨਾਲ ਜੋੜੀਏ, ਬਾਹਰਮੁਖੀ ਬਿਰਤੀ ਨਾ ਹੋਣ ਦਈਏ। ਬਾਹਰਮੁਖੀ ਬਿਰਤੀ ਦੇ ਵਿੱਚ ਦੁੱਖੇ ਦੁੱਖ ਹੈ ਤੇ ਅੰਤਰਮੁਖ ਬਿਰਤੀ ਦੇ ਵਿੱਚ ਆਨੰਦੇ ਆਨੰਦ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਜਿਹੜੇ ਘਰ ਛੱਡ ਕੇ, ਸਤਿਗੁਰੂ ਸਾਹਿਬ ਨੂੰ ਛੱਡ ਕੇ ਹੋਰ ਪਖੰਡੀਆਂ ਦੇ ਦਰਾਂ ਤੇ ਤੁਰੇ ਫਿਰਦੇ ਆ, ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਨਾਰਾਜ਼ ਹੋ ਜਾਂਦੇ ਹਨ। ਬੁੱਧਵਾਰ ਬੁੱਧ ਕਰੈ ਪ੍ਰਗਾਸ। ਅੱਗੇ ਮਹਾਰਾਜ ਫਿਰ ਬੁੱਧਵਾਰ ਦਾ ਅਰਥ ਦੱਸਦੇ ਨੇ। ਬੁੱਧਵਾਰ ਦਾ ਕੀ ਭਾਵ ਹੈ? ਬੁੱਧ ਚੰਦਰਮਾ ਦੇ ਪੁੱਤਰ ਦਾ ਨਾਮ ਹੈ। ਬੁੱਧ ਚੰਦਰਮਾ ਦੇ ਪੁੱਤਰ ਦਾ ਨਾਮ ਹੈ। ਬੁੱਧਵਾਰ ਦੁਆਰਾ ਮਹਾਰਾਜ ਸਮਝਾਉਂਦੇ ਹਨ, ਬੁੱਧਵਾਰ ਬੁੱਧ ਕਰੇ ਪ੍ਰਗਾਸ। ਹੇ ਜੀਵ ਰੂਪ ਇਸਤਰੀਏ, ਨਾਮ ਨਾਲ ਜੁੜ ਕੇ ਆਪਣੀ ਬੁੱਧੀ ਵਿੱਚ ਗਿਆਨ ਦਾ ਪ੍ਰਕਾਸ਼ ਕਰ ਲੈ। ਗਿਆਨ ਦਾ ਪ੍ਰਕਾਸ਼ ਨਾਮ ਬਾਣੀ ਨਾਲ ਜੁੜ ਕੇ ਅੰਦਰ ਹੋਵੇਗਾ। ਨਾਮ ਨਾਲ ਜੁੜੇ ਤੋਂ ਬਿਨਾ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਕੋਈ ਕਿੱਡਾ ਹੀ ਅਮੀਰ ਹੈ, ਅਰਬਾਂ ਖਰਬਾਂ ਪਤੀ ਹੈ, ਜੇ ਨਾਮ ਨਾਲ ਨਹੀਂ ਜੁੜਿਆ, ਵਾਹਿਗੁਰੂ ਦੇ ਭਜਨ ਦੇ ਨਾਲ ਨਹੀਂ ਜੁੜਿਆ, ਤਾਂ ਗੁਰੂ ਸਾਹਿਬ ਦੀ ਨਿਗਾਹ ਦੇ ਵਿੱਚੋਂ ਪਸ਼ੂ ਦੀ ਨਿਆਈਆਂ ਇਦੋਂ ਵੱਧ ਕੁਝ ਵੀ ਨਹੀਂ। ਗੁਰੂ ਸਾਹਿਬ ਕੀ ਕਹਿੰਦੇ ਐ? ਆਵਨ ਆਈ ਜਗਤ ਮੈਂ ਬਿਨ ਬੂਝੈ ਪਛ ਢੋਰ, ਨਾਨਕ ਗੁਰਮੁਖ ਸੋ ਬੂਝੈ ਜਾ ਕੇ ਭਾਗ ਮਥੋਰ।
ਆਉਣ ਨੂੰ ਦੁਨੀਆ 'ਚ ਆ ਗਏ, ਅਰਬਾਂ ਖਰਬਾਂ ਰੁਪਈਆ ਵੀ ਸਾਧ ਸੰਗਤ ਕਮਾ ਲਿਆ, ਪਰੰਤੂ ਇਹ ਨਹੀਂ ਪਤਾ ਲੱਗਿਆ ਵੀ ਉਰੇ ਆਉਣ ਦਾ ਮਤਲਬ ਕੀ ਹੈ। ਅਸਲ ਮਤਲਬ ਉਰੇ ਆਉਣ ਦਾ ਸੰਸਾਰ ਤੇ ਕਿਉਂ ਆਏ ਆ, ਇਹ ਦੇਹ ਕਿਉਂ ਮਿਲੀ ਹੈ। ਗੁਰਬਾਣੀ 'ਚ ਸਤਿਗੁਰੂ ਕਹਿੰਦੇ ਨੇ, ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ, ਆਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਦੇਹ ਮਿਲੀ ਹੈ ਸਿਮਰਨ ਕਰਨ ਵਾਸਤੇ, ਮਾਇਆ ਦੇ ਬੰਧਨ ਕੱਟਣ ਵਾਸਤੇ। ਬਾਰ-ਬਾਰ ਮਾਇਆ ਦੇ ਵਿੱਚ ਖਚਤ ਹੋਣ ਕਰਕੇ ਜੰਮਣਾ ਪੈਂਦਾ ਤੇ ਬਾਰ-ਬਾਰ ਮਰਨਾ ਪੈਂਦਾ ਹੈ। ਗੁਰਬਾਣੀ ਇੱਕ ਜਗ੍ਹਾ ਕਹਿੰਦੀ ਹੈ, ਸੁਣ ਹੋ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਣੇ ਕੇਤੀ ਕ ਮੁਦਤ ਚਲਤੇ ਖਬਰ ਨਾ ਪਾਇਓ। ਹੇ ਭਾਈ ਤੂੰ ਕੌਣ ਹੈ ਤੇ ਕਿੱਥੋਂ ਆਇਆ, ਕਦੋਂ ਦਾ ਚੱਲਿਆ ਹੋਇਆ, ਤੈਨੂੰ ਪਤਾ ਹੀ ਨਹੀਂ। ਅਰਬਾਂ ਖਰਬਾਂ ਸਾਲ ਹੋ ਗਏ ਆਪਾਂ ਨੂੰ ਚੱਲਿਆਂ ਨੂੰ। ਇਹ ਨਹੀਂ ਵੀ ਇਹ ਸਾਡਾ ਪਹਿਲਾ ਜਨਮ ਹੈ, ਨਹੀਂ, ਜਨਮ ਸਾਡਾ ਪਹਿਲਾਂ ਵੀ ਹੋਇਆ ਹੈ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਮੇ ਚਿਰਾਂ ਤੋਂ ਬਾਅਦ ਇਹ ਦੇਹ ਦੀ ਪ੍ਰਾਪਤੀ ਹੋਈ ਹੈ। ਕਦੇ ਕੀੜੇ ਮਕੌੜੇ ਵੀ ਬਣੇ ਹੋਵਾਂਗੇ, ਕਦੇ ਮੱਛੀ ਵੀ ਬਣੇ ਹੋਵਾਂਗੇ, ਆਤਮਾ ਤਾਂ ਇੱਕ ਹੈ ਨਾ। ਇਹ ਆਤਮਾ ਸਰੀਰ ਰੂਪੀ ਵਸਤਰ ਨਿਤ ਨਵਾਂ ਧਾਰਨ ਕਰਦੀ ਰਹਿੰਦੀ ਹੈ। ਜਿਨ੍ਹਾਂ ਦੀ ਆਤਮਾ ਪ੍ਰਮਾਤਮਾ ਨਾਲ ਜੁੜੀ ਹੈ, ਜਦੋਂ ਸਰੀਰ ਛੱਡ ਕੇ ਦੁਨੀਆ ਤੋਂ ਜਾਣਗੇ, ਪਰਮੇਸ਼ਰ ਦੇ ਵਿੱਚ ਲੀਨ ਹੋ ਜਾਣਗੇ। ਜੇ ਮਨ ਵਾਹਿਗੁਰੂ ਦੇ ਚਰਨਾਂ 'ਚ ਨਹੀਂ ਜੁੜਿਆ, ਫੇਰ ਕਾਮਾਂ ਕੁੱਤਿਆਂ ਤੇ ਗਧਿਆਂ ਦੀਆਂ ਜੂਨਾਂ ਪ੍ਰਾਪਤ ਹੋਣਗੀਆਂ। ਗੁਰਮੰਤਰਹੀਨਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਹੈ, ਕੂਕਰ ਹੈ ਸ਼ੂਕਰ ਹੈ, ਗਰਦ ਵੈ ਕਾਕਾ ਸਰਪਣੇ ਤੁਲਖੜ ਹੈ। ਉਹ ਭਾਈ ਕਾਮਾਂ ਕੁੱਤਿਆਂ ਤੇ ਗਧਿਆਂ ਦੀਆਂ ਜੂਨਾਂ 'ਚ ਚਲਿਆ ਜਾਂਦਾ ਹੈ। ਉਹਨਾਂ ਦੇ ਸਮਾਨ ਹੈ ਉਹ ਮਨੁੱਖ ਕਾਮਾਂ ਕੁੱਤਿਆਂ ਤੇ ਗਧਿਆਂ ਦੇ, ਜਿਹੜੇ ਮਨੁੱਖ ਨੂੰ ਇਹੀ ਨਹੀਂ ਪਤਾ ਲੱਗਿਆ ਮੈਂ ਸੰਸਾਰ ਤੇ ਕਰਨ ਕੀ ਆਇਆ, ਮੇਰਾ ਏਮ ਕੀ ਹੈ। ਠੀਕ ਹੈ, ਗੁਜ਼ਾਰੇ ਵਾਸਤੇ ਮਾਇਆ ਦੀ ਵੀ ਲੋੜ ਹੈ ਗ੍ਰਸਤੀਆਂ ਨੂੰ, ਪਰ ਇਹ ਨਹੀਂ ਵੀ ਸਾਰਾ ਦਿਨ ਜੜ ਚੇਤਨ ਤੇ ਅਗਿਆਨ, ਤਿੰਨ ਪ੍ਰਕਾਰ ਦੀ ਮਾਇਆ ਹੈ, ਤਿੰਨ ਪ੍ਰਕਾਰ ਦੀ ਮਾਇਆ ਦੇ ਵਿੱਚ ਹੀ ਖਚਤ ਹੋ ਕੇ ਰਹਿ ਜਾਈਏ, ਸਿਮਰਨ ਨਾ ਕਰੀਏ। ਜਿੱਥੇ ਕਿਰਤ ਕਰਨੀ ਹੈ ਦਸਾਂ ਨੌਹਾਂ ਦੀ, ਉੱਥੇ ਕੀਰਤ ਵੀ ਕਰਨੀ ਹੈ। ਕੀਰਤ ਕਹਿੰਦੇ ਨੇ ਵਾਹਿਗੁਰੂ ਦੀ ਭਗਤੀ ਨੂੰ, ਜਸ ਨੂੰ, ਕਿਉਂਕਿ ਨਾਲ ਵਾਹਿਗੁਰੂ ਦੀ ਭਗਤੀ ਨੇ ਜਾਣਾ ਹੈ। ਇਸ ਕਰਕੇ ਬੁੱਧਵਾਰ ਬੁੱਧ ਕਰੇ ਪ੍ਰਗਾਸ, ਬੁੱਧਵਾਰ ਜਿਹੜਾ ਚੰਦਰਮਾ ਦੇ ਪੁੱਤਰ ਦਾ ਨਾਮ ਹੈ, ਆਪਣੀ ਬੁੱਧ ਅੰਦਰ ਭਾਈ ਸਿਮਰਨ ਕਰਕੇ ਗਿਆਨ ਦਾ ਪ੍ਰਕਾਸ਼ ਕਰ ਲੈ। ਹਿਰਦੈ ਕਮਲ ਮਹਿ ਹਰਿ ਕਾ ਬਾਸ, ਜਿਨ੍ਹਾਂ ਨੇ ਆਪਣੀ ਬੁੱਧੀ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਲਿਆ, ਉਹਨਾਂ ਨੂੰ ਹਿਰਦੇ ਰੂਪੀ ਕਮਲ ਦੇ ਵਿੱਚ ਹਰੀ ਪਰਮੇਸ਼ਰ ਦਾ ਵਾਸਾ ਨਜ਼ਰ ਆਵੇਗਾ। ਚੱਪੇ ਚੱਪੇ ਚੋਂ, ਜਰਰੇ ਜਰਰੇ ਚੋਂ ਵਾਹਿਗੁਰੂ ਦਾ ਵਾਸਾ ਉਹਨਾਂ ਨੂੰ ਰਮਿਆ ਹੋਇਆ ਪਰਮੇਸ਼ਰ ਦਰਸ਼ਨ ਦੇਵੇਗਾ। ਹਿਰਦੇ ਕਮਲ ਮੈਂ ਹਰਿ ਕਾ ਵਾਸ, ਹਰੀ ਪਰਮੇਸ਼ਰ ਦਾ ਜਿਹੜਾ ਵਾਸਾ ਹੈ ਨਾ, ਉਹਨਾਂ ਨੂੰ ਆਪਣੇ ਹਿਰਦੇ ਰੂਪੀ ਕਮਲ ਦੇ ਵਿੱਚ, ਹਿਰਦੇ ਰੂਪੀ ਕਮਲ ਉਹਨਾਂ ਦਾ ਖਿੜ ਜਾਵੇਗਾ ਤੇ ਹਿਰਦੇ ਰੂਪੀ ਕਮਲ ਦੇ ਵਿੱਚ ਹਰੀ ਪਰਮੇਸ਼ਰ ਦਾ ਵਾਸਾ ਉਹਨਾਂ ਦੇ ਹੋ ਜਾਵੇਗਾ, ਜਿਨ੍ਹਾਂ ਨੇ ਆਪਣੀ ਬੁੱਧੀ 'ਚ ਗਿਆਨ ਦਾ ਪ੍ਰਕਾਸ਼ ਕਰ ਲਿਆ ਬਾਣੀ ਪੜ੍ਹ ਕੇ। ਗੁਰ ਮਿਲ ਦਉ ਏਕ ਸਮ ਧਰੈ, ਜਦੋਂ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਬ੍ਰਹਮ ਗਿਆਨ ਦੀ ਦਾਤ ਗੁਰੂ ਸਾਹਿਬ ਬਖਸ਼ਿਸ਼ ਕਰ ਦਿੰਦੇ ਹਨ। ਗੁਰ ਮਿਲ ਦਉ ਏਕ ਸਮ ਧਰੈ, ਫਿਰ ਤਾਂ ਨਾਸਤਕਾਂ ਦੇ ਵਿੱਚ, ਆਸਤਕਾਂ ਦੇ ਵਿੱਚ ਸਾਰਿਆਂ 'ਚ ਪਰਮੇਸ਼ਰ ਨਜ਼ਰ ਆਉਂਦਾ ਹੈ, ਉਹਦੀ ਜੋਤ ਨਜ਼ਰ ਆਉਂਦੀ ਹੈ। ਆਸਤਕ ਤੇ ਨਾਸਤਕ ਉਹਨਾਂ ਦੇ ਨਾਲ ਘਿਰਨਾ ਨਹੀਂ ਕਰਦਾ, ਬ੍ਰਹਮ ਗਿਆਨੀ ਸਾਰਿਆਂ ਦਾ ਹੀ ਭਲਾ ਕਰਦਾ ਹੈ। ਗੁਰ ਮਿਲ ਦਉ ਏਕ ਸਮ ਧਰੈ, ਸਮਾਨ ਬਿਰਤੀ ਹੋ ਜਾਂਦੀ ਹੈ ਗੁਰਾਂ ਨੂੰ ਮਿਲ ਕੇ। ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਸਮਦਰਸ਼ੀ ਹੋਇਆ ਕਰਦਾ, ਜਿਵੇਂ ਭਾਈ ਕਨ੍ਹਈਆ ਜੀ ਦੀ ਅਵਸਥਾ ਸੀ। ਭਾਈ ਕਨ੍ਹਈਆ ਜੀ ਆਨੰਦਪੁਰ ਸਾਹਿਬ ਜਿੱਥੇ ਸਿੰਘਾਂ ਨੂੰ, ਜ਼ਖਮੀਆਂ ਨੂੰ ਜਲ ਛਕਾਉਂਦੇ, ਉੱਥੇ ਦੁਸ਼ਮਣਾਂ ਨੂੰ ਵੀ ਛਕਾਈ ਜਾਂਦੇ ਸੀ। ਸ਼ਿਕਾਇਤ ਕੀਤੀ ਕਿਸੇ ਨੇ ਤੇ ਭਾਈ ਕਨ੍ਹਈਆ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ,
हे कलगीधर जी, तुहाडे मिलाप तो पहला मैनू दुश्मन ते मित्र वखरे वखरे नज़र आउंदे सी, पर हुण तुसीं मैनू मिल गए हो। कलगीधर जी, हुण मेरी एक समान बिरती हो गई है, मैनू दुश्मनां दे विचों भी तेरे ही रूप नज़र आउंदा है। फिर पुत्रां दे दानी, साहिबे कमाल, जुलमराज दियां जड़ां पट्टण वाले कलगीधर दशमेश पिता कहन लगे, भाई कन्हैया जी, जे इन्नी वड्डी बिरती तुहाडी हो गई है तां इउं करो, आ मलहम पट्टी भी ला दिया करो। ये ऐसा वचन फिर दशमेश पिता ने कीता। सो गुरु नूं मिल के एक समान बिरती हो जाती है, एको ही जोत परमेश्वर की नज़र आउंदी है। ऐसा प्रताप है गुरु नूं मिलण दा, जदों अंदर बुद्धि दे विच ज्ञान दा प्रकाश हुंदा है, गुरमिल दो एक समधरै, एक समान बिरती हो जाती है। उर्ध पंक लै सूधा करै, जेड़े गुरु तो बेमुख हो गए ना, उन्हां दा हिरदे रूपी कमल जेड़ा पुट्ठा हो गया। पर जदों गुरु की किरपा हुंदी है तां जेड़ा हिरदे रूपी कमल है, उर्द नाम पुट्ठा, पंक कमल, हिरदे रूपी कमल है जेड़ा, उर्द कमल पंक कलै, पंक लै सूधा करै। ਉਹ ਭਾਈ ਜਿਹੜੇ ਗੁਰੂ ਨੂੰ ਮਿਲ ਕੇ ਸਿਮਰਨ ਕਰਦੇ ਨੇ, ਉਹਨਾਂ ਉਹ ਆਪਣੇ ਪੁੱਠੇ ਹਿਰਦੇ ਰੂਪੀ ਕਮਲ ਨੂੰ ਵੀ ਸਿੱਧਾ ਕਰ ਲੈਂਦੇ ਹਨ, ਤੇ ਹਿਰਦੇ ਰੂਪੀ ਕਮਲ ਫਿਰ ਖਿੜ ਜਾਂਦਾ ਹੈ ਨਾਮ ਦੀਆਂ ਕਿਰਨਾਂ ਪੈਣ ਕਰਕੇ। ਇਸ ਕਰਕੇ ਗੁਰੂ ਨੂੰ ਮਿਲਣ ਦਾ, ਸਤਸੰਗ ਕਰਨ ਦਾ ਇੰਨਾ ਵੱਡਾ ਪ੍ਰਤਾਪ ਹੈ ਜੀ। ਇਹ ਬੁੱਧਵਾਰ ਦੁਆਰਾ ਸਤਿਗੁਰੂ ਸਮਝਾਉਂਦੇ ਹਨ। ਬ੍ਰਹਸਪਤ ਵਿਖਿਆ ਦੇ ਬਹਾਏ, ਬ੍ਰਹਸਪਤ ਆ ਗਿਆ ਵੀਰਵਾਰ। ਇਹ ਬ੍ਰਹਸਪਤ ਦੇਵਤਿਆਂ ਦਾ ਗੁਰੂ ਸੀਗਾ, ਦੇਵਤਿਆਂ ਦਾ ਗੁਰੂ ਬ੍ਰਹਸਪਤ ਹੋਇਆ। ਇਹ ਵੀਰਵਾਰ ਦਿਨ ਬ੍ਰਹਸਪਤ ਦਾ ਮੰਨਿਆ। ਬ੍ਰਹਸਪਤ ਵਿਖਿਆ ਦੇ ਵਹਾਏ, हे ਭਾਈ ਸਿਮਰਨ ਦੇ ਵਿੱਚ ਸੁਰਤੀ ਜੋੜ ਕੇ ਵਿਖਿਆ ਦੇ ਵਹਾਏ, ਇਹ ਵਿਸ਼ੇ ਵਿਕਾਰਾਂ ਨੂੰ ਰੋੜ ਦੇ, ਸਿਮਰਨ 'ਚ ਸੁਰਤੀ ਜੋੜ ਲੈ। ਇਹ ਵੀਰਵਾਰ ਦੁਆਰਾ ਮਹਾਰਾਜ ਉਪਦੇਸ਼ ਦਿੰਦੇ ਹਨ। ਤੀਨ ਦੇਵ ਏਕ ਸੰਗ ਲਾਏ, ਤੀਨ ਦੇਵ, ਤਿੰਨ ਦੇਵਤੇ ਪ੍ਰਧਾਨ ਮੰਨੇ ਐ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ। ਇਹ ਤਿੰਨੇ ਹੈਡ ਮੰਨੇ ਨੇ ਦੇਵਤਿਆਂ ਦੇ। ਬ੍ਰਹਮਾ ਸੰਸਾਰ ਦੀ ਰਚਨਾ ਕਰਦਾ ਹੈ। ਇਹ ਨਹੀਂ ਵੀ ਇਕੱਲੇ ਸਿੱਖਾਂ ਦੀ ਉਹ ਰਚਨਾ ਕਰਦਾ, ਉਹ ਇਕੱਲੇ ਹਿੰਦੂਆਂ ਦੀ ਉਹਦੀ ਡਿਊਟੀ ਓਵਰਆਲ ਹੈ ਵੀ ਤੈਂ ਸੰਸਾਰ ਦੀ, ਵਰਲਡ ਦੀ ਕ੍ਰੀਏਸ਼ਨ ਕਰਨੀ ਹੈ। ਵਿਸ਼ਨੂੰ ਦੀ ਡਿਊਟੀ ਲੱਗੀ ਵੀ ਤੈਂ ਰੋਜੀ ਦੇਣੀ ਹੈ, ਭੰਡਾਰਾ ਦੇਣਾ ਹੈ। ਤੇ ਸ਼ਿਵ ਜੀ ਤਮੋ ਗੁਣ ਦੁਆਲਾ ਲੈ ਕਰਦਾ, ਸ਼ਿਵ ਜੀ ਦੀ ਡਿਊਟੀ ਲੱਗੀ ਸਫਾਈ ਕਰਨ ਦੀ। ਜੇ ਪਰਮੇਸ਼ਰ ਵਾਹਿਗੁਰੂ ਇੱਕ ਦਿਨ ਵਾਸਤੇ ਜੰਮਣਾ ਜਾਂ ਮਰਨਾ ਬੰਦ ਕਰ ਦੇਵੇ, ਸ੍ਰਿਸ਼ਟੀ ਦਾ ਬੈਲੈਂਸ ਵਿਗੜ ਜੂਗਾ। ਲੱਖਾਂ ਜੰਮ ਰਹੇ ਐ, ਲੱਖਾਂ ਮਰ ਰਹੇ ਹਨ, ਸ੍ਰਿਸ਼ਟੀ ਦਾ ਬੈਲੈਂਸ ਬਰਾਬਰ ਬਣਾ ਕੇ ਰੱਖਿਆ। ਵਾਹਿਗੁਰੂ ਤੋਂ ਵੱਡਾ ਕਿਹੜਾ ਸਾਇੰਸਦਾਨ ਤੇ ਕਿਹੜਾ ਇੰਜੀਨੀਅਰ ਜੰਮ ਪਿਆ? ਕੋਈ ਨਹੀਂ। ਉਹ ਤਾਂ ਐਡਾ ਵੱਡਾ ਸਾਇੰਸਦਾਨ ਤੇ ਐਡਾ ਵੱਡਾ ਇੰਜੀਨੀਅਰ ਹੈ, ਆਪਣੀਆਂ ਸ਼ਕਲਾਂ ਕਿਸੇ ਦੀ ਕਿਸੇ ਨਾਲ ਨਹੀਂ ਮਿਲਦੀ। ਮੇਰੇ ਦਾਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਪਾਇਆ। ਭਿੰਨ ਭਿੰਨ ਸ਼ਕਲਾਂ ਨੇ ਨਾ ਆਪਣੀਆਂ। ਹੋਇਆ ਕਿਤੇ ਕੋਈ ਜੋੜੇ, ਕੋਈ ਜੰਮ ਪੈਣ ਦੋ ਭਰਾ, ਸ਼ਕਲ ਮਿਲਦੀ ਹੋਵੇ ਨਹੀਂ। ਸਭ ਦੇ ਵੱਖਰੇ ਵੱਖਰੇ ਸਾਂਚੇ ਘੜੇ ਨੇ ਸ਼ਕਲਾਂ ਦੇ। ਬੜਾ ਵੱਡਾ ਉਹ ਦਾਤਾ, ਬੜਾ ਬੇਅੰਤ ਹੈ। ਸੋ ਤੀਨ ਦੇਵ, ਇਹ ਤਿੰਨੇ ਅਕਾਲ ਪੁਰਖ ਦੇ ਚੇਲੇ ਨੇ। ਜਪਜੀ ਸਾਹਿਬ ਦੇ ਵਿੱਚ ਵੀ ਕਹਿਤਾ, ਏਕਾ ਮਾਈ ਜੁਗਤ ਬਿਆਈ। ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਅਕਾਲ ਪੁਰਖ ਦੇ ਚੇਲੇ ਐ। ਕਈ ਗੁਰੂ ਨਾਨਕ ਨੂੰ ਵਿਸ਼ਨੂੰ ਅਵਤਾਰ ਕਹੀ ਜਾਂਦੇ ਨੇ, ਬਿਲਕੁਲ ਮਨਮਤ ਹੈ। ਦਸੇ ਪਾਤਸ਼ਾਹੀਆਂ ਅਕਾਲ ਪੁਰਖ ਦਾ ਸਰੂਪ ਨੇ। ਵਿਸ਼ਨੂੰ ਤਾਂ ਚੇਲਾ ਗੁਰੂ ਨਾਨਕ ਦਾ। ਦਸੇ ਪਾਤਸ਼ਾਹੀਆਂ ਕਿਸੇ ਦੇਵੀ ਦੇਵਤੇ ਦਾ ਅਵਤਾਰ ਨਹੀਂ, ਅਕਾਲ ਪੁਰਖ ਦਾ ਸਰੂਪ ਹਨ। ਗੁਰੂ ਨਾਨਕ ਨੂੰ ਵਿਸ਼ਨੂੰ ਕਹਿਣਾ ਬੜਾ ਵੱਡਾ ਭਾਰੀ ਪਾਪ ਹੈ। ਸਾਰੇ ਧਰਮ ਸਤਿਕਾਰਯੋਗ ਨੇ। ਵਿਸ਼ਨੂੰ ਦੇ 24 ਅਵਤਾਰ ਮੰਨੇ ਨੇ, 23 ਅਵਤਾਰ ਆ ਗਏ ਵਿਸ਼ਨੂੰ ਦੇ।
ਰਾਮਚੰਦਰ ਤੇ ਭਗਵਾਨ ਕ੍ਰਿਸ਼ਨ ਜੀ ਵਿਸ਼ਨੂੰ ਅਵਤਾਰ ਹੋਏ ਹੈ। 24ਵਾਂ ਅਵਤਾਰ ਕਲਕੀ ਅਵਤਾਰ ਹੋਵੇਗਾ, ਕਲਯੁਗ ਦੇ ਅੰਤ ਦੇ ਵਿੱਚ ਹੋਵੇਗਾ। 10ਵੇਂ ਗ੍ਰੰਥ ਦੇ ਵਿੱਚ ਸਾਰੀ ਵਿਆਖਿਆ ਲਿਖੀ ਹੋਈ ਹੈ ਉਹਦੇ ਬਾਰੇ। ਇਸ ਕਰਕੇ 11 ਅਵਤਾਰ ਸ਼ਿਵ ਜੀ ਦੇ ਮੰਨੇ ਨੇ, 7 ਬ੍ਰਹਮਾ ਦੇ ਮੰਨੇ ਹੈ। ਇਸ ਕਰਕੇ ਗੁਰੂ ਸਾਹਿਬ ਤਾਂ ਖੁਦ ਪਰਮੇਸ਼ਰ ਆਪ ਆਏ, ਆਪ ਨਰੈਣ ਕਲਾ ਧਾਰ ਜਗ ਮਹਿ ਪਰਬਰਿਓ। ਸੋ ਤੀਨ ਦੇਵ ਏਕ ਸੰਗ ਲਾਏ। ਭਾਈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜੇ ਨਾ, ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ, ਨਾ ਬ੍ਰਹਮਾ ਨੂੰ, ਨਾ ਵਿਸ਼ਨੂੰ ਨੂੰ, ਨਾ ਸ਼ਿਵ ਜੀ ਨੂੰ। ਉਹ ਤਿੰਨੇ ਦੇਵਤਿਆਂ ਨੂੰ ਛੱਡ ਕੇ ਏਕ ਸੰਗ ਲਾਏ। ਉਹਨਾਂ ਦੀ ਬਿਰਤੀ ਏਕ ਸੰਗ ਲਾਏ ਤੋਂ ਭਾਵ ਹੈ ਅਕਾਲ ਪੁਰਖ ਨਾਲ ਜੁੜ ਜਾਂਦੀ ਹੈ। ਖਾਲਸਾ ਕੇਵਲ ਅਕਾਲ ਪੁਰਖ ਦਾ ਪੁਜਾਰੀ ਹੈ, ਕਿਸੇ ਦੇਵੀ ਦੇਵਤੇ ਦਾ ਪੁਜਾਰੀ ਨਹੀਂ। ਜੇ ਅੰਮ੍ਰਿਤ ਛਕਿਆ ਗਾਤਰਾ ਵੀ ਪਾਇਆ, ਅੱਗੇ ਦੀਵਾਲੀ ਆਵੇਗੀ, ਕਈਆਂ ਦੇ ਗਾਤਰਾ ਵੀ ਪਾਇਆ ਹੁੰਦਾ ਤੇ ਦੀਵਾਲੀ ਦੇ ਦਿਨਾਂ 'ਚ ਮੜੀਆਂ 'ਚ ਦੀਵੇ ਚੁੱਕੀ ਤੁਰੇ ਫਿਰਦੇ ਆ। ਕਾਹਦੇ ਖਾਲਸੇ ਹੋਏ? ਇੱਕ ਅਸੀਂ ਬੇਨਤੀ ਕਰਾਂਗੇ ਬੀਬੀਆਂ ਨੂੰ, ਜੋ ਬੀਬੀਆਂ ਕੇਸਕੀ ਸਜਾਉਂਦੀਆਂ ਨੇ, ਕੇਸਕੀਆਂ ਸਜਾਓ, ਮੁਬਾਰਕ ਹੈ। ਪਰ ਕੇਸਕੀ ਨੂੰ ਫੈਸ਼ਨ ਸਮਝ ਕੇ ਨਹੀਂ ਬੰਨਣਾ ਵੀ ਇਹ ਫੈਸ਼ਨ ਹੈ, ਨਾਟ ਫੈਸ਼ਨ। ਇਹ ਕੇਸਕੀ ਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਬੰਨਣਾ, ਬਖਸ਼ਿਸ਼। ਕਈ ਬੀਬੀਆਂ ਕੇਸਕੀ ਵੀ ਬੰਨੀ ਫਿਰਦੀਆਂ ਨੇ, ਹੱਥਾਂ 'ਚ ਸ਼ਾਂਪਾਂ ਛੱਲੇ ਤੇ ਹਾਰ ਸ਼ਿੰਗਾਰ ਵੀ ਪੂਰਾ ਕਰਿਆ ਹੁੰਦਾ ਹੈ। ਉਹਦਾ ਫਾਇਦਾ ਕੀ ਹੋਇਆ ਗੱਲ ਦਾ? ਜੇ ਅੰਮ੍ਰਿਤ ਛਕਣਾ ਤਾਂ ਪੂਰੀ ਮਰਿਆਦਾ ਰੱਖਣੀ ਹੈ, ਨਹੀਂ ਉਦੋਂ ਛਕਣਾ ਜਦੋਂ ਪੂਰੀ ਤਿਆਰੀ ਹੋ ਜਾਵੇ। ਦੇਖਾ ਦੇਖੀ ਅੰਮ੍ਰਿਤ ਪਾਨ ਨਹੀਂ ਕਰਨਾ। ਸਤਿਗੁਰਾਂ ਨੇ ਕੋਈ ਗਿਣਤੀ ਵਧਾਉਣ ਦੀ ਗੱਲ ਨਹੀਂ, ਮਹਾਰਾਜ ਨੇ ਤਾਂ ਮਰਜੀਵੜੇ ਸਾਜੇ। ਇਸ ਕਰਕੇ ਪਹਿਲਾਂ ਤਿਆਰੀ ਕਰੋ, ਬਾਣੀ ਪੜੋ, ਅਭਿਆਸ ਕਰੋ ਤੇ ਫਿਰ ਅੰਮ੍ਰਿਤ ਪਾਨ ਕਰੋ। ਸਾਧ ਸੰਗਤ ਜੀ, ਸਭ ਤੋਂ ਵੱਡਾ ਸ਼ਿੰਗਾਰ ਵਾਹਿਗੁਰੂ ਦਾ ਨਾਮ ਹੈ। ਜੇ ਅੰਮ੍ਰਿਤ ਛਕ ਕੇ ਵੀ ਅੰਦਰੋਂ ਸ਼ਿੰਗਾਰ ਕਰਨ ਦੀ ਭਾਵਨਾ ਨਹੀਂ ਗਈ, ਫੈਸ਼ਨ ਕਰਨ ਦੀ, ਕੋਈ ਫਾਇਦਾ ਨਹੀਂ, ਚਾਹੇ ਭਾਈ ਹੈ ਚਾਹੇ ਕੋਈ ਮਾਈ ਹੈ। ਇਸ ਕਰਕੇ ਤੀਨ ਦੇਵ ਏਕ ਸੰਗ ਲਾਏ। ਵਾਹਿਗੁਰੂ ਦੇ ਪਿਆਰੇ ਤਿੰਨਾਂ ਦੇਵਤਿਆਂ ਨੂੰ ਛੱਡ ਕੇ ਇੱਕ ਅਕਾਲ ਪੁਰਖ ਨਾਲ ਬਿਰਤੀ ਲਾ ਲੈਂਦੇ ਹਨ। ਇਹ ਵੀਰਵਾਰ ਦੁਆਰਾ ਸਤਿਗੁਰੂ ਉਪਦੇਸ਼ ਕਰ ਰਹੇ ਹਨ। ਤੀਨ ਨਦੀ ਤਹ ਤ੍ਰਿਕੁਟੀ ਮਾਹੇ। ਤਿੰਨ ਨਦੀਆਂ ਨੇ, ਜਿਵੇਂ ਗੰਗਾ, ਜਮਨਾ ਤੇ ਸਰਸਵਤੀ ਹੈ। ਜਿੱਥੇ ਉਹਨਾਂ ਨਦੀਆਂ ਦਾ ਸੰਗਮ ਹੈ ਉਹਨੂੰ ਪ੍ਰਾਗਰਾਜ ਕਹਿੰਦੇ ਆ। ਅਲਾਹਾਬਾਦ ਵੀ ਇਹ ਤਿੰਨ ਨਦੀਆਂ ਮਿਲਦੀਆਂ, ਗੰਗਾ, ਜਮਨਾ, ਸਰਸਵਤੀ। ਤੇ ਸਾਡੇ ਅੰਦਰ ਵੀ ਇੱਕ ਪ੍ਰਾਗਰਾਜ ਹੈ। ਸਾਡੇ ਅੰਦਰ ਵੀ ਤਿੰਨ ਨਦੀਆਂ ਵਹਿ ਰਹੀਆਂ ਨੇ। ਕਿਹੜੀਆਂ? ਏੜਾ, ਪਿੰਗਲਾ, ਸੁਖਮਣਾ। ਜਿਹੜੀ ਇਧਰਲੇ ਪਾਸੇ ਨਾੜੀ ਹੈ ਨਾ, ਇਹਨੂੰ ਏੜਾ ਕਹਿੰਦੇ ਆ। ਜਿਹੜੀ ਨੱਕ ਦੇ ਵਿਚਕਾਰ ਹੈ ਇਹਨੂੰ ਸੁਖਮਣਾ ਕਹਿੰਦੇ ਆ। ਖੱਬੇ ਪਾਸੇ ਹੈ ਜਿਹੜੀ ਪਿੰਗਲਾ ਹੈ। ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਹੈ ਉਹਦੀ ਸੁਰਤੀ ਸੁਖਮਣਾ ਨਾੜੀ 'ਚ ਪ੍ਰਵੇਸ਼ ਕਰੀ ਹੁੰਦੀ ਹੈ। ਜਦੋਂ ਸੁਖਮਣਾ ਨਾੜੀ 'ਚ ਸੁਰਤੀ ਹੁੰਦੀ ਹੈ, ਸੁਖਮਣਾ ਨਾੜੀ 'ਚ ਸੁਰਤੀ ਪ੍ਰਵੇਸ਼ ਕਰਨ ਕਰਕੇ ਅੱਠੇ ਪੈਰ ਸਿਮਰਨ ਚੱਲਦਾ ਰਹਿੰਦਾ ਹੈ। ਇਸ ਕਰਕੇ ਮਾਤਾ ਦੇ ਪੇਟ ਵਿੱਚ ਬੱਚੇ ਨੂੰ ਸੈਂਕੜੇ ਜਨਮਾਂ ਦਾ ਗਿਆਨ ਹੁੰਦਾ ਹੈ ਤੇ ਉੱਥੇ ਬਚਿਆ ਰਹਿੰਦਾ ਹੈ। ਨਹੀਂ ਤਾਂ ਮਾਤਾ ਦੇ ਪੇਟ ਦੀ ਅੱਗ ਇੰਨੀ ਜ਼ਬਰਦਸਤ ਹੈ, ਜੇ ਗਰਭਵਤੀ ਮਾਂ ਰੋੜ ਵੀ ਖਾ ਲਵੇ ਸੜ ਕੇ ਸੁਆਹ ਹੋ ਜਾਂਦਾ। ਬੱਚੇ ਦਾ ਸਰੀਰ ਤਾਂ ਮਾਤਾ ਦੇ ਪੇਟ ਵਿੱਚ ਗੁਲਾਬ ਦੇ ਫੁੱਲ ਨਾਲੋਂ ਵੀ ਕੋਮਲ ਹੁੰਦਾ ਹੈ, ਫਿਰ ਬਚਦਾ ਕਿਵੇਂ ਆ ਉੱਥੇ? ਆਨੰਦ ਸਾਹਿਬ ਦੀ ਬਾਣੀ ਪੜੋ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੈ, ਸੋ ਕਿਉ ਮਨੋ ਵਸਾਰੀ ਹੈ, ਮਨੋਂ ਕਿਉਂ ਵਸਾਰੀ ਹੈ। ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਜਠਰਾ ਅਗਨੀ, ਮਾਤਾ ਦੇ ਗਰਭ ਦੀ ਅਗਨ ਦੇ ਵਿੱਚ ਵੀ ਤੈਨੂੰ ਪਰਮੇਸ਼ਰ ਜਿਹੜਾ ਹੈ ਰੋਜੀ ਰੋਟੀ ਦਿੰਦਾ। ਤੇਰੀ ਸੁਰਤੀ ਨਾਮ 'ਚ ਜੁੜੀ ਹੁੰਦੀ ਹੈ, ਤੇਰੀ ਰੱਖਿਆ ਮਾਤਾ ਦੇ ਗਰਭ ਦੇ ਵਿੱਚ ਵੀ ਕਰਦਾ ਹੈ। ਉੱਥੇ ਤੂੰ ਵਾਅਦੇ ਕਰਦਾ ਹੈ, ਹੇ ਪਰਮੇਸ਼ਰ ਮੈਨੂੰ ਇੱਥੋਂ ਬਾਹਰ ਕੱਢ ਲੈ, ਮੈਨੂੰ ਜਨਮ ਦਵਾ, ਮੈਂ ਸੰਸਾਰ ਵਿੱਚ ਜਾ ਕੇ ਤੇਰਾ ਨਾਮ ਜਪਾਂਗਾ। ਪਰ ਜਦੋਂ ਜਨਮ ਲੈਂਦਾ ਹੈ, ਸੁਖਮਣਾ ਨਾੜੀ 'ਚ ਸੁਰਤੀ ਜਿਹੜੀ ਆ ਉਹ ਟੁੱਟ ਜਾਂਦੀ ਹੈ। ਜਨਮ ਲੈਣ ਸਾਰ ਰੋਂਦਾ ਹੈ। ਕਿਉਂ? ਕਿਉਂਕਿ ਮਾਇਆ ਦਾ ਜੰਮਦੇ ਤੇ ਅਸਰ ਪੈ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ।
ਮਾਇਆ ਦਾ ਕੀ ਅਰਥ ਹੈ? ਕੱਲੇ ਪੈਸੇ ਨੂੰ ਮਾਇਆ ਨਹੀਂ ਕਹਿੰਦੇ। ਮਾਇਆ ਦਾ ਅਰਥ ਹੈ ਜਿਹੜੀ ਚੀਜ਼ ਰੱਬ ਨੂੰ ਭੁਲਾ ਦੇ ਉਹਨੂੰ ਮਾਇਆ ਕਹਿੰਦੇ। ਵੈਸੇ 3 ਪ੍ਰਕਾਰ ਦੀ ਮਾਇਆ ਹੈ। ਇੱਕ ਜੜ ਮਾਇਆ, ਜੜ ਮਾਇਆ ਦੇ ਵਿੱਚ ਆ ਗਈਆਂ ਕੋਠੀਆਂ, ਪਲਾਟ, ਜ਼ਮੀਨਾਂ। ਜਿਹੜੀ ਚੀਜ਼ ਸਾਹ ਨਹੀਂ ਲੈਂਦੀ, ਪੈਸਾ, ਉਹ ਜੜ ਮਾਇਆ। ਤੇ ਚੇਤਨ ਮਾਇਆ ਕੀ ਹੈ? ਜਿਹੜੀ ਚੀਜ਼ ਸਾਹ ਲੈਂਦੀ ਹੈ ਉਹ ਚੇਤਨ ਮਾਇਆ ਚ ਆ ਗਈ। ਸਾਡੇ ਧੀਆਂ ਪੁੱਤਰ, ਸਾਡੇ ਬੱਚੇ, ਰਿਸ਼ਤੇਦਾਰ, ਇਹ ਚੇਤਨ, ਇਹ ਵੀ ਮਾਇਆ ਹੈ। ਫਿਰ ਅੱਗੇ ਅਗਿਆਨ ਰੂਪ ਮਾਇਆ, ਸਾਡਾ ਹੰਕਾਰ ਆ ਗਿਆ। ਹੁਣ ਜੇ ਤਾਂ ਕੋਠੀ 'ਚ ਰਹਿ ਕੇ ਪਰਮੇਸ਼ਰ ਭੁੱਲ ਗਿਆ ਫਿਰ ਤਾਂ ਕੋਠੀ ਮਾਇਆ ਹੈ। ਜੇ ਮਹਿਲ 'ਚ ਰਹਿ ਕੇ ਵੀ ਪਰਮੇਸ਼ਰ ਨਹੀਂ ਭੁੱਲਦਾ ਫਿਰ ਉਹਨੂੰ ਮਾਇਆ ਨਹੀਂ ਕਹਿ ਸਕਦੇ। ਮਹਾਰਾਜ ਨੇ ਨਹੀਂ ਕਿਹਾ ਵੀ ਚੰਗੇ ਮਕਾਨਾਂ 'ਚ ਨਾ ਰਹੋ। ਰਾਜਾ ਜਨਕ ਵੀ ਤਾਂ ਮਹਿਲਾਂ 'ਚ ਰਹਿ ਕੇ ਨਾਮ ਜਪਦਾ ਸੀ। ਭਾਈ ਗੁਰਦਾਸ ਨੇ ਕਿਹਾ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਅਦਾਸੀ। ਭਗਤ ਸਾਰੇ ਹੋਏ ਐ ਪਰ ਵੱਡਾ ਸ਼ਬਦ ਕੇਵਲ ਤੇ ਕੇਵਲ ਰਾਜੇ ਜਨਕ ਦੇ ਅੱਗੇ ਲੱਗਿਆ। ਕਿਉਂ? ਕਿਉਂਕਿ ਰਾਜਾ ਜਨਕ ਮਹਿਲਾਂ 'ਚ ਰਹਿੰਦਾ ਨਾਮ ਜਪਦਾ ਸੀ। ਅੱਜ ਦੇ ਰਾਜੇ ਕੋਈ ਨਜ਼ਰ ਆਉਂਦਾ ਕੋਈ ਮਹਿਲਾਂ 'ਚ ਰਹਿੰਦਾ ਹੋਵੇ, ਸੁੱਖ ਸਹੂਲਤਾਂ ਕੋਈ ਮਾਣਦਾ ਹੋਵੇ? ਅੱਜ ਦਾ ਮੁੱਖ ਮੰਤਰੀ, ਅੱਜ ਦੇ ਪ੍ਰਾਈਮ ਮਿਨਿਸਟਰ ਕੋਈ ਦਿਖਦਾ ਨਾਮ ਜਪਣ ਵਾਲਾ ਰਾਜੇ ਜਨਕ ਵਾਂਗੂ? ਪਾਵਰ 'ਚ ਆ ਕੇ ਮਨੁੱਖ ਸਭ ਕੁਝ ਭੁੱਲ ਜਾਂਦਾ ਹੈ। ਇਸ ਕਰਕੇ ਭਾਈ ਸਤਿਗੁਰੂ ਉਪਦੇਸ਼ ਦਿੰਦੇ ਹਨ। ਸੱਚੇ ਪਾਤਸ਼ਾਹ ਕਹਿੰਦੇ 3 ਨਦੀਆਂ ਨੇ ਏੜਾ ਪਿੰਗਲਾ ਸੁਖਮਣਾ, ਤਹਿ ਤਿਰਕੁਟੀ ਮਾਹੇ। ਜਿਹੜੀ ਤਿਰਕੁਟੀ ਹੈ ਨਾ ਉਹਦੇ ਵਿੱਚ 3 ਨਦੀਆਂ ਵਗ ਰਹੀਆਂ ਹਨ। ਅਹਨਿਸ ਕਸਮਲ ਧੋਵਹਿ ਨਾਹੇ। ਇਹ ਨਾਹੇ ਪਾਠ ਆ ਜਿਹੜਾ ਥੋੜਾ ਭਾਰਾ ਕਰਨਾ। ਇੱਥੇ ਮਹਾਰਾਜ ਵਿਚਾਰ ਦੇ ਰਹੇ ਹੈ, ਪ੍ਰਸ਼ਨ ਨਹੀਂ ਇੱਥੇ ਕਰਦੇ। ਇੱਥੇ ਨਾਹੇ ਦਾ ਅਰਥ ਹੈ ਮਹਾਰਾਜ ਸੁਝਾਅ ਦੇ ਰਹੇ ਆ। ਕੀ ਸੁਝਾਅ ਦੇ ਰਹੇ ਨੇ? ਅਹਨਿਸ, ਦਿਨ ਰਾਤ। ਉਹ ਜਿਹੜਾ ਤਿਰਕੁਟੀ ਤੇਰੇ ਅੰਦਰ ਨਦੀਆਂ ਏੜਾ ਪਿੰਗਲਾ ਸੁਖਮਣਾ ਵਗ ਰਹੀਆਂ ਨੇ, ਸੁਰਤ ਨੂੰ ਨਾਮ 'ਚ ਜੋੜ। ਸੁਰਤ ਨੂੰ ਨਾਮ 'ਚ ਜੋੜ ਕੇ ਅਹਨਿਸ ਕਸਮਲ ਦਾ ਅਰਥ ਹੁੰਦਾ ਬੱਜਰ ਪਾਪ। ਦਿਨ ਰਾਤ ਸੁਰਤ ਨੂੰ ਨਾਮ 'ਚ ਜੋੜ ਕੇ ਭਾਈ, ਹੇ ਮਨੁੱਖ, ਇਹਨਾਂ ਬੱਜਰ ਪਾਪਾਂ ਨੂੰ ਧੋਣਾ ਕਰ। ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ। ਸੋਕ੍ਰਿਤ, ਸੋ ਨਾਮ ਸ੍ਰੇਸ਼ਟ ਦਾ ਹੈ, ਸੱਸੇ ਨੂੰ ਔਂਕੜ ਸੋਕ੍ਰਿਤ। ਪੁੰਨ, ਚੰਗੇ ਪੁੰਨਾਂ ਦੇ ਸਹਾਰੇ ਤੇ ਇਹ ਬ੍ਰਤ ਚੜ੍ਹੈ। ਇਹ ਬਿਰਤੀ ਉੱਪਰ ਚੜ੍ਹਦੀ ਹੈ, ਨਾਮ ਆਸਰੇ ਤੇ ਸੰਸਾਰ ਤੋਂ ਉਪਰਾਮ ਹੁੰਦੀ ਹੈ। ਜੇ ਪੁੰਨ ਬੀਜੇ ਹੋਣ, ਪੁੰਨਾਂ ਦੇ ਆਸਰੇ ਤੇ, ਇਹ ਆਪਣਾ ਪੁੰਨ ਕਰਮ ਬੀਜਿਆ ਹੋਇਆ ਕੋਈ ਪਿਛਲਾ ਚੰਗਾ ਕਰਮ ਬੀਜਿਆ, ਜਿਸ ਕਰਕੇ ਆਪਾਂ ਸਤਸੰਗ 'ਚ ਬੈਠੇ ਹਾਂ। ਸੋ ਕ੍ਰਿਤ ਸਹਾਰੇ, ਸੋ ਇਹ ਬ੍ਰਤ ਚੜ੍ਹੈ ਚੰਗੇ ਪੁੰਨਾਂ ਦੇ ਆਸਰੇ ਤੇ, ਜਪ ਤਪ ਆਸਰੇ ਤੇ ਬਿਰਤੀ ਚੜ੍ਹਦੀ ਹੈ। ਅਨ ਦਿਨ ਆਪ ਆਪ ਸਿਓ ਲੜੈ। ਅਨ ਦਿਨ, ਦਿਨ ਰਾਤ ਆਪ ਆਪ ਸਿਓ ਲੜੈ। ਆਪਸ ਦੇ ਵਿੱਚ ਲੜਨਾ, ਇਹਦਾ ਭਾਵ ਕੀ ਹੈ? ਦਿਨ ਰਾਤ ਆਪਣੇ ਬਕਾਰਾਂ ਨਾਲ ਲੜ। ਗਿਆਨ ਦੀ ਖੜਗ ਲੈ ਕੇ ਬਕਾਰਾਂ ਦਾ ਸ਼ਿਕਾਰ ਕਰ। ਦਿਨ ਰਾਤ ਬ੍ਰਹਮਾਕਾਰ ਬਿਰਤੀ ਦੁਆਰਾ ਦੇਹ ਅਧਿਆਸ ਨਾਲ ਲੜ। ਦੇਹ ਅਧਿਆਸ, ਆਪਾਂ ਦੇਹ ਅਧਿਆਸ ਵਿੱਚ ਵੱਜੇ ਹੋਏ ਆ। ਥੋੜੀ ਜੀ ਚੋਟ ਵੀ ਲੱਗ ਜੇ ਸਾਡੇ ਚੀਸ ਮਹਿਸੂਸ ਹੁੰਦੀ ਹੈ। ਭਾਈ ਤਾਰੂ ਸਿੰਘ ਨੇ ਖੋਪਰ ਲਹਾਤਾ ਤੇ ਮੁੱਖੋਂ ਸੀ ਤੱਕ ਨਹੀਂ ਉਚਾਰੀ। ਉਹਦਾ ਕਾਰਨ ਕੀ ਸੀ? ਕਿਉਂਕਿ ਦੇਹ ਅਧਿਆਸ ਤੋਂ ਉੱਪਰ ਉੱਠੇ ਹੋਏ ਸੀ। ਇਸ ਕਰਕੇ ਦਿਨ ਰਾਤ ਲੜ, ਆਪਣੇ ਆਪ ਨਾਲ ਲੜ। ਆਪਣੇ ਆਪ ਨਾਲ ਲੜਨ ਤੋਂ ਭਾਵ ਬ੍ਰਹਮਾਕਾਰ ਬਿਰਤੀ ਦੁਆਰਾ ਦੇਹ ਅਧਿਆਸ ਨਾਲ ਲੜਾਈ ਕਰ। ਦੇਹ ਅਧਿਆਸ ਤੋਂ ਉੱਪਰ ਉੱਠ ਜਾ। ਸੁਰਖੀ ਪਾਂਚੋਂ ਰਾਖੈ ਸਭੈ। ਸੁਰਖੀ ਪਾਂਚੋ, 5 ਗਿਆਨ ਇੰਦਰੀ। ਜਦੋਂ ਤੂੰ ਗਿਆਨ ਇੰਦਰੀਆਂ ਨੂੰ
ਵਾਹਿਗੁਰੂ ਪਰਮੇਸ਼ਰ ਦੀ ਦੇ ਨਾਮ 'ਚ ਜੋੜ ਲਵੇਂਗਾ ਤੋ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਜਦੋਂ ਤੂੰ ਪੰਜੇ ਗਿਆਨ ਇੰਦਰੀਆਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ 'ਚ ਰੱਖੇ ਤੋਂ ਭਾਵ ਰੱਖ ਲਵੇਂਗਾ, ਜੋੜ ਲਵੇਂਗਾ, ਤੋ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਫਿਰ ਜਿਹੜੀ ਤੇਰੀ ਦ੍ਰਿਸ਼ਟੀ ਹੈ ਉਹ ਕਿਸੇ ਹੋਰ ਪਾਸੇ ਨਹੀਂ ਜਾਵੇਗੀ, ਤੇਰੀ ਸੁਰਤ ਨਾਮ ਦੇ ਵਿੱਚ ਜੁੜ ਜਾਵੇਗੀ। ਇੱਥੇ ਆਪਾਂ ਸਮਾਪਤੀ ਕਰਾਂਗੇ। 6 ਦਿਨਾਂ ਦੀ ਜਿਹੜੀ ਵਿਚਾਰ ਹੈ ਨਾ ਉਹ ਹੋ ਗਈ ਹੈ, ਕਿਉਂਕਿ ਸਮਾਂ ਹੋ ਚੁੱਕਿਆ। ਥਾਵਰ ਥਿਰ ਕਰ ਰਾਖੈ ਸੋਏ। ਥਾਵਰ ਦਾ ਅਰਥ ਹੁੰਦਾ ਸ਼ਨਿਚਰਵਾਰ। ਸ਼ਨਿਚਰਵਾਰ ਸੂਰਜ ਦਾ ਪੁੱਤਰ ਹੈ, ਜਿਵੇਂ ਬੁੱਧਵਾਰ ਚੰਦਰਮਾ ਦਾ ਪੁੱਤਰ ਹੈ, ਸ਼ਨਿਚਰਵਾਰ ਸੂਰਜ ਦਾ ਪੁੱਤਰ ਹੈ। ਇਹ ਸ਼ਨਿਚਰਵਾਰ ਦੁਆਰਾ ਮਹਾਰਾਜ ਇਹ ਸਮਝਾਉਂਦੇ ਹਨ ਕਿ ਜਿਹੜਾ ਭਾਈ ਆਪਣੀ ਬਿਰਤੀ ਨੂੰ ਥਿਰ ਰੱਖਦਾ ਹੈ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੋ ਹੋਈਆਂ ਭੁੱਲਾਂ ਦੀ ਖਿਮਾ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਧੰਨਵਾਦ। ਸਿੰਘ ਸਾਹਿਬ ਜੀ ਇੱਥੋਂ ਦੇ ਹੈੱਡ ਗ੍ਰੰਥੀ, ਇਹ ਵੀ ਸਾਡੇ ਗੁਰ ਭਾਈ ਨੇ। ਇਹ ਵੀ ਟਕਸਾਲ ਵਿੱਚ ਮਹਿਤਾ ਚੌਂਕ ਬਾਬਾ ਠਾਕਰ ਸਿੰਘ ਹੋਰਾਂ ਦੇ ਸਮੇਂ ਪੜ੍ਹੇ। ਬੜਾ ਪਿਆਰ ਇੱਥੋਂ ਦੇ ਸੰਗਤ ਨੇ, ਪ੍ਰਬੰਧਕਾਂ ਨੇ ਦਿੱਤਾ। ਅਗਲੇ ਮਹੀਨੇ ਫੇਰ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ, ਤੁਹਾਡੇ ਦਰਸ਼ਨ ਕਰਾਂਗੇ। 1 ਤੇ 2 ਨਵੰਬਰ ਨੂੰ ਦਿੱਲੀ ਕਥਾ ਹੈ। ਚੜ੍ਹਦੀ ਕਲਾ ਟਾਈਮ ਟੀਵੀ ਤੇ ਆਪ ਜੀ ਸਰਵਣ ਕਰਿਓ। ਸਾਡਾ ਜੋ ਸਥਾਨ ਹੈ ਇਹ ਡਿਸਟ੍ਰਿਕਟ ਪਟਿਆਲਾ ਨਾਭਾ ਤੋਂ ਭਵਾਨੀਗੜ੍ਹ ਰੋਡ ਤੇ ਹੈ। 100 ਕਿਲੋਮੀਟਰ ਇੱਥੋਂ ਵਾਟ ਹੈ। ਆਓ ਕਦੇ ਦਰਸ਼ਨ ਦਿਓ। ਸਤਿਗੁਰੂ ਕਿਰਪਾ ਕਰਨ। ਸਾਰੀ ਪ੍ਰਬੰਧਕ ਕਮੇਟੀ ਨੂੰ, ਪ੍ਰਧਾਨ ਭੁਪਿੰਦਰ ਸਿੰਘ, ਹੋਰ ਜਿੰਨੇ ਮੈਂਬਰ, ਬਾਬਾ ਗੁਰਮੀਤ ਸਿੰਘ ਜੀ, ਸਿੰਘ ਸਾਹਿਬ ਜੀ, ਸਾਰਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਹੁਣ 2 ਪੰਕਤੀਆਂ ਅਖੀਰਲੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਸੁਰਖੀ ਪਾਂਚੋ ਰਾਖੈ ਸਵੈ, ਤੋ ਦੂਜੀ ਦ੍ਰਿਸ਼ਟ ਨਾ ਪੇਸੈ ਕਵੈ। ਸੁਰਖੀ ਪਾਂਚੋ ਰਾਖੈ ਸਵੈ, ਤੋ ਦੂਜੀ ਦ੍ਰਿਸ਼ਟ ਨਾ ਪੈਸੈ ਕਵੈ। ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।